ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਖਬਰਾਂ ਦੀ ਸਾਂਝ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਗੁਰਵਿੰਦਰ ਸਿੰਘ ਮੈਲਬਨ ਸਟੂਡੀਓ ਤੋਂ ਤੇ ਨਾਲ ਮੇਰੇ ਜੁੜਨਗੇ ਜੀ ਕਰਨੈਲ ਸਿੰਘ ਜੀ ਸਿਡਨੀ ਸਟੂਡੀਓ ਤੋਂ। ਅੱਜ ਅਸੀਂ ਗੱਲ ਕਰਾਂਗੇ 28 ਸਾਲ ਬਾਅਦ ਬਾਬਰੀ ਮਸਜਿਦ ਢਾਉਣ ਦਾ ਫੈਸਲਾ ਜਿਹੜਾ ਆ ਉਹ ਆ ਚੁੱਕਾ ਆ। ਕੋਰਟ ਨੇ ਫੈਸਲਾ ਦਿੱਤਾ ਆ। ਕੀ ਪੂਰੀ ਖਬਰ ਹੈਗੀ ਆ? ਬੀਜੇਪੀ ਉਹਦੇ ਉੱਤੇ ਪਾਰਟੀਆਂ ਕਰ ਰਹੀਆਂ ਨੇ, ਮਠਾਈਆਂ ਵੰਡੀਆਂ ਜਾ ਰਹੀਆਂ ਨੇ। ਕੀ ਪੂਰੀ ਗੱਲਬਾਤ ਹੈਗੀ ਹੈ ਉਹ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਡਿਸਕਸ ਕਰਾਂਗੇ। ਤੇ ਨਾਲ ਦੀ ਨਾਲ ਤਾਂ ਕਿਸਾਨੀ ਮੁੱਦਾ ਜਿਹੜਾ ਲਗਾਤਾਰ ਚੱਲ ਰਿਹਾ ਆ, ਸਾਡੀਆਂ ਖਬਰਾਂ ਦੇ ਵਿੱਚ ਵੀ ਤਕਰੀਬਨ ਹਰ ਰੋਜ਼ ਅਸੀਂ ਇਸ ਮੁੱਦੇ ਦੇ ਉੱਤੇ ਗੱਲ ਕਰਦੇ ਹਾਂ। ਉਹਦੇ ਰਿਗਾਰਡਿੰਗ ਕੀ ਨਵੇਂ ਅਪਡੇਟਸ ਨੇ, ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਕੁਝ ਖੇਡੀਆਂ ਜਾ ਰਹੀਆਂ ਨੇ, ਉਹਦੇ ਵੀ ਨਾਲ ਅਸੀਂ ਚਰਚਾ ਕਰਾਂਗੇ। ਤਾਂ ਮੈਂ ਕਰਨੈਲ ਸਿੰਘ ਜੀ ਨੂੰ ਸ਼ਾਮਲ ਕਰਦਾ ਜੀ ਪ੍ਰੋਗਰਾਮ ਵਿੱਚ। ਕਰਨੈਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ, ਸਾਰਿਆਂ ਨੂੰ ਦੂਰੋਂ ਨੇੜਿਓਂ ਦੇਖਣ ਵਾਲਿਆਂ ਨੂੰ ਜੀ। ਕੀ ਹਾਲ ਚਾਲ ਨੇ ਜੀ? ਠੀਕ ਠਾਕ ਹੋ? ਅਕਤੂਬਰ ਦਾ ਮਹੀਨਾ ਚੜ ਗਿਆ ਜੀ। ਮਹੀਨੇ ਏਦਾਂ ਮੈਂ ਕਹਿੰਦਾ ਵੀ ਅੱਗੇ ਜਿੱਦਾਂ ਪਤਾ ਲੱਗਦਾ ਸੀਗਾ ਸਮਾਂ ਗੁਜ਼ਰਦਾ, ਤਾਂ ਹੁਣ ਤਾਂ ਮਤਲਬ ਇੰਨਾ ਕੁਇਕ ਚੀਜ਼ਾਂ ਜਿਹੜੀਆਂ ਨੇ ਹੋ ਰਹੀਆਂ ਨੇ ਕਿ ਲੋਕਡਾਊਨ ਦੇ ਵਿੱਚ ਕਦੋਂ 10ਵਾਂ ਮਹੀਨਾ ਚੜ ਗਿਆ ਪਤਾ ਨਹੀਂ ਲੱਗਾ। ਦੇਖੋ ਜੀ, ਦਿਨ ਏਦਾਂ ਗੁਜ਼ਰਦੇ ਜਾ ਰਹੇ ਆ, ਤਾਂ ਕਿੱਦਾਂ ਦੇਖ ਰਹੇ ਹੋ ਜੀ? ਸਮਾਂ ਕਿੱਦਾਂ ਗੁਜ਼ਰ ਰਿਹਾ? ਸਮਾਂ ਦੇਖੋ ਜੀ, ਜ਼ਿਆਦਾਤਰ ਤਾਂ ਕੋਰੋਨਾ ਨੇ ਸਾਰੇ ਪਾਸੇ ਚੱਕਰ ਪਾਇਆ ਹੋਇਆ ਤੇ ਨਾਲ-ਨਾਲ ਪੋਲੀਟਿਕਸ ਜ਼ਿਆਦਾ ਗਰਮ ਹੋਈ ਪਈ ਹੈ ਏਦਾਂ ਦੇ ਸਮੇਂ ਦੇ ਵਿੱਚ, ਕਿਉਂਕਿ ਠੀਕ ਉਹਨਾਂ ਹੈ। ਨੂੰ ਪਤਾ ਵੀ ਹਾਂਜੀ ਮੁਜ਼ਾਹਰੇ ਵੀ ਨਹੀਂ ਤੇ ਏਦਾਂ ਵੀ ਨਹੀਂ ਕਰ ਸਕਦੇ। ਤੇ ਜਿਹੜੇ ਰਾਜੇ ਪਾਪ ਕਮਾਉਂਦੇ ਆ ਜੀ, ਫਿਰ ਉਹ ਜਿਹੜੇ ਰਾਜੇ ਆ ਉਹ ਆਪਣੀਆਂ ਮਰਜ਼ੀਆਂ ਕਰਨ ਨੂੰ ਉਹਨਾਂ ਨੂੰ ਮੌਕਾ ਹੋਰ ਵਧੀਆ ਮਿਲਿਆ ਆ। ਜਿੱਦਾਂ ਮਤਲਬ ਹਾਂ, ਮੇਰੀ ਮੁਰਾਦ ਚਾਈਨਾ ਵਾਲੇ ਵੀ ਸਾਰਿਆਂ ਨੂੰ ਅੱਖਾਂ ਦਿਖਾ ਰਹੇ ਆ ਤੇ ਹਾਂ। ਉਹ ਵੀ ਨੱਪੀ ਜਾ ਰਹੇ ਆ। ਇੰਡੀਆ ਵਾਲੇ ਉੱਥੇ ਆਪਣੇ ਬੰਦਿਆਂ ਨੂੰ ਨੱਪੀ ਜਾ ਰਹੇ ਆ। ਜਿੱਥੇ ਕਿਸੇ ਦਾ ਦਾ ਲੱਗਦਾ, ਡਰਦੀ ਨਹੀਂ ਦੁਨੀਆ ਭਾਜੀ। ਦੇਖੋ ਹੂੰ। ਚਰਤ ਜਲੰਦਾ ਰੱਖ ਲਿਆ ਵਾਲੀ ਗੱਲ ਕਹਿੰਦੇ ਆ, ਸਾਰਾ ਕੁਝ ਹੁੰਦਿਆਂ ਤੇ ਵੀ ਬਈ ਇੰਨਾ ਕਹਿਰ ਵੀ ਇੱਕ ਦੂਜੇ ਦੇ ਧਰਮ ਦੇ ਕਹਿੰਦੇ ਹੁੰਦੇ ਆ ਨਾ, ਢਾਹ ਦੇ ਮੰਦਿਰ, ਢਾਹ ਦੇ ਮਸਜਿਦ, ਢਾਹ ਦੇ ਜੋ ਕੁਛ ਢਹਿੰਦਾ, ਇੱਕ ਬੰਦੇ ਦਾ ਦਿਲ ਨਾ ਢਾਵੀਂ। ਤੇ ਉਹ ਗੱਲਾਂ ਹੋ ਰਹੀਆਂ ਵੀ ਜਿਹੜੇ ਬੰਦਿਆਂ ਨੇ ਮਸਜਿਦ ਢਾਈ ਇੰਨੇ ਦੇਰ ਦੀ, ਤੁਸੀਂ ਭਾਜੀ ਸ਼ੁਰੂ ਕੀਤੀ ਸੀ ਉੱਥੋਂ ਨਾਲੇ ਸ਼ੁਰੂ ਕਰ ਦਈਏ, ਫਿਰ ਲੰਬਾ ਹੋ ਜਾਂਦਾ ਪ੍ਰੋਗਰਾਮ। ਬਈ ਇੰਨਾ ਕੇਸ ਚੱਲਿਆ, ਸਾਰੇ ਲੋਕਾਂ ਨੇ, ਪੱਤਰਕਾਰਾਂ ਨੇ, ਮੀਡੀਆ ਨੇ ਸ਼ਰੇਆਮ ਮਸਜਿਦ ਢਹਿੰਦੀ ਦੇਖੀ ਆ। ਮੀਡੀਆ ਨੇ, ਇੰਟਰਨੈਸ਼ਨਲ ਨੇ, ਅਮਨੈਸਟੀ ਦੀਆਂ ਖਬਰਾਂ। ਤੇ ਹੁਣ ਉਹਦੀ ਰਿਪੋਰਟਿੰਗ ਆਂਦੀ ਆ ਜੀ, ਕਿਸੇ ਨੂੰ ਵੀ ਨਹੀਂ ਸਜ਼ਾ ਜੀ। ਕਹਿੰਦੇ ਕੋਈ ਅਣਪਛਾਤੇ ਬੰਦੇ ਸੀ, ਪ੍ਰੂਫ ਹੀ ਹੈ ਨੀ ਗੇ। ਪੱਤਰਕਾਰਾਂ ਦੇ ਪ੍ਰੂਫ, ਉੱਥੇ ਦੇ ਮੀਡੀਆ ਦੇ ਪ੍ਰੂਫ ਹਾਲੇ ਤੱਕ ਪਏ ਆ। ਤੇ ਇੰਨਾ ਭਾਜੀ ਸ਼ਰੇਆਮ ਤਾਨਾਸ਼ਾਹੀ ਤੱਕ, ਜੋ ਇੱਕ ਦੋ ਨੂੰ ਸਜ਼ਾ ਦੇ ਦਿਓ, ਨਹੀਂ, ਬਹਾਨਾ ਨਹੀਂ, ਹੀ ਨਹੀਂ, ਮਾਰ ਨਹੀਂ ਭਾਜੀ, ਦਿਓ। ਤੇ ਹਾਂ, ਏਦਾਂ ਦੀ ਗਲਤ ਗੱਲ ਨਹੀਂ ਕਰਨੀ ਭਾਜੀ, ਗਲਤ ਗੱਲ ਨਹੀਂ। ਹਾਂ ਆਪਾਂ ਪ੍ਰੋਗਰਾਮ 'ਚ ਗਲਤ ਗੱਲ ਨਹੀਂ ਕਰਨੀ। ਤਾਨਾਸ਼ਾਹੀ ਹਾਂ, ਨਹੀਂ ਭਾਜੀ, ਡੈਮੋਕ੍ਰੇਸੀ ਪੂਰੇ ਚਰਮ ਤੇ ਆ। ਧਰਮ ਬਦਨਾਮ ਤੇ ਨਹੀਂ ਚੱਲ ਰਹੀ। ਕਰਨਾ ਬਿਲਕੁਲ। ਦੇਖੋ ਕਿੱਦਾਂ ਦੀ ਗੱਲਾਂ ਕਰ ਰਹੇ ਤੁਸੀਂ, ਹੈਂ? ਸਹੀ ਕਿ ਗੱਲ, ਬਈ ਸਹੀ ਗੱਲ। ਤਾਨਾਸ਼ਾਹੀ, ਨੋ, ਨੋ, ਨੋ ਭਾਜੀ, ਦੁਨੀਆ ਵਿੱਚ ਇਸ ਟਾਈਮ ਡੈਮੋਕ੍ਰੇਸੀ ਪੂਰੀ ਉੱਪਰ ਹੈ। ਰਾਮ ਰਾਜ ਚੱਲ ਰਿਹਾ ਜੀ। ਇਹ ਰਾਮ ਰਾਜ ਹੈ ਜੀ, ਰਾਮ ਰਾਜ। ਬਾਕੀ ਹਾਂ, ਦੇਖੋ ਰਾਮ ਰਾਜ ਹੈ, ਤਾਂ ਹੀ ਤਾਂ ਜਿਹੜੇ ਰਾਮ ਰਾਜੇ ਨੇ ਉਹਨਾਂ ਦੀ ਚੜਾਈਆਂ। ਉਧਰ ਜੀ ਜੋਗੀ ਰਾਮ, ਰਾਮ ਰਾਜ ਦੀ ਸਟੇਟ ਦੇ ਵਿੱਚ ਕੀ ਕੁਛ ਹੋ ਰਿਹਾ ਅਨਿਆਂ, ਜਿਹੜੀਆਂ ਕਿ ਬੱਚੀਆਂ ਨੂੰ, ਉਹ ਵੀ ਜਿਹੜਾ ਕਿ ਵੱਡੀ ਜਾਤ ਨੂੰ ਆਪਣੇ ਆਪ ਨੂੰ ਤਾਬਕਾ ਸਮਝਦਾ, ਦੂਜਿਆਂ ਨੂੰ ਹੂੰ, ਬੰਦੇ ਨਹੀਂ ਸਮਝਦੇ। ਉਹੀ ਜਿਹੜੀਆਂ ਨੀਤੀਆਂ ਅੱਜ ਤੋਂ ਪਹਿਲਾਂ ਹੁੰਦੀਆਂ ਸੀਗੀਆਂ, ਉਹੀ ਹੂੰ। ਕੁਛ ਰਿਪੀਟ ਹੁੰਦਾ ਦਿਸ ਰਿਹਾ। ਤੇ ਟਾਈਮ ਤਾਂ ਭਾਜੀ ਆਪ ਹੀ ਤੁਸੀਂ ਕਹਿਣਾ ਵੀ ਜਿੱਦਾਂ ਹੂੰ। ਲੰਘਦਾ ਆ, ਵੀ ਅਕਤੂਬਰ ਆਈ ਜਾਂਦਾ ਤੇ ਉਹਨਾਂ ਨੂੰ ਨਹੀਂ ਕੋਈ ਫਰਕ ਪੈਂਦਾ ਜਿਨ੍ਹਾਂ ਨੇ ਕਰਨਾ ਸਾਰਾ ਕੁਛ। ਸੋ ਬਿਲਕੁਲ ਭਾਈ, ਦੇਖੋ ਇਹੀ ਗੱਲ ਡੈਮੋਕ੍ਰੇਸੀ ਜਾਂ ਭਾਜੀ, ਇੱਥੇ ਇੱਕ ਗੱਲ ਉਹ ਮੈਂ ਯਾਦ ਆ ਗਈ ਮੈਨੂੰ। ਫਿਰ ਬਰਗਾੜੀ ਵੇਲੇ ਵੀ ਕਹਿੰਦੇ ਸੀ ਵੀ ਜਿਹੜੀ ਪੁਲਿਸ ਜਿਹੜੀ ਉਹ ਅਣਪਛਾਤੀ ਸੀ। ਹਰ ਜਗ੍ਹਾ ਹਾਂਜੀ। ਅਣਪਛਾਤੇ ਹੁੰਦੇ ਬੰਦੇ, ਇੱਥੇ ਵੀ ਕਹਿੰਦੇ ਉਹ ਅਣਪਛਾਤੇ ਬੰਦੇ ਸੀ, ਉਹ ਸ਼ਰਾਰਤੀ, ਉਹ ਮਿਲੇ ਨਹੀਂ। ਇੰਨੇ ਐਵੀਡੈਂਸ, ਇੰਨੇ ਪ੍ਰੂਫ ਮਿਲ ਨਹੀਂ ਸਕੇ, ਪੱਤਰਕਾਰਾਂ ਨੇ ਦਿੱਤੇ ਵੀ। ਤੇ ਸ਼ਰੇਆਮ ਅੰਨਾ ਮਤਲਬ ਘੱਟਾ ਪਾਉਣ ਵਾਲੀ ਲੋਕਾਂ ਦੀ ਗੱਲ ਆ ਭਾਜੀ, ਹੈਰਾਨੀ ਦੀ ਗੱਲ ਆ। ਤੁਸੀਂ ਕਹਿੰਦੇ ਫੇਰ ਗੱਲ ਨਾ ਕਰੋ। ਨਹੀਂ, ਮੈਂ ਤਾਂ ਕਹਿੰਦਾ ਦੇਖੋ ਤੁਸੀਂ ਫਿਰ ਮੈਂ ਹੁਣ ਦੇਖੋ ਡੈਮੋਕ੍ਰੇਸੀ ਤੇ ਭਾਜੀ, ਦੇਖੋ ਆਪਾਂ ਉਂਗਲ ਨਹੀਂ ਚੱਕਣੀ। ਇਹ ਭਾਰਤ ਨਹੀਂ ਵਿੱਚ ਨਹੀਂ, ਕਿਉਂਕਿ ਡੈਮੋਕ੍ਰੇਸੀ ਹੈ। ਦੁਨੀਆ ਦੀ ਸਭ ਤੋਂ ਬੜੀ ਆ ਇਹ ਨਾ। ਵੱਡੀ ਡੈਮੋਕ੍ਰੇਸੀ ਹੈ ਮਹਾਰਾਜ। ਆਹ ਦੇਖੋ ਹੁਣ ਸਹੀ ਗੱਲ ਆ। ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਵਿੱਚ ਦੇਖੋ ਕਚਹਿਰੀਆਂ ਜਿਹੜੀਆਂ ਨੇ ਆਜ਼ਾਦ ਨੇ, ਕੋਰਟ ਬਿਲਕੁਲ। ਆਜ਼ਾਦ ਆ। ਕੋਰਟ ਕਿਸੇ ਨੇ ਕਿਹਾ ਦੱਸੋ ਕਿ ਕੋਰਟ ਗੁਲਾਮ ਹੈ?
ਅੱਜ ਕਿਉਂਕਿ ਤੱਕ ਕਿਸੇ ਜੋਗੀ ਸੁਪਰੀਮ ਕੋਰਟ ਜਿਹੜਾ ਨਾ ਇਹ ਤੁਹਾਡੀ ਗੱਲ ਸਹੀ ਹੈ, ਮੋਦੀ ਨੂੰ ਸਾਰੇ ਕਹਿੰਦੇ ਜੀ ਸੰਨਿਆਸੀ ਬੰਦਾ ਆ, ਉਹ ਕਿਤੇ ਸਾਧ ਬੰਦਾ ਆ, ਨਾ ਉਹਨੂੰ ਧੀਆ ਪੋਤਿਆ ਵੀ ਰਾਮ ਰਾਜ ਹੀ ਆ ਬਸ ਇੱਕ ਕਿਸਮ ਦਾ। ਦੇਖੋ ਸਾਧ ਬੰਦਾ ਰਾਜ ਕਰ ਰਿਹਾ ਹੈ ਪੂਰੇ ਮੁਲਕ ਦੇ ਬਿਲਕੁਲ ਉੱਤੇ, ਉਹਨੂੰ ਭਰਾ ਪ੍ਰਧਾਨ ਬਿਲਕੁਲ ਮੰਤਰੀ ਹੈ। ਸਾਧ ਬਿਲਕੁਲ ਜਿਹੜਾ ਆ ਭਾਰਤ ਦੀ ਸਭ ਤੋਂ ਵੱਡੀ ਸਟੇਟ ਦਾ ਮੁੱਖ ਮੰਤਰੀ ਸਾਧ ਹੈਗਾ ਆ। ਹਾਂ ਜਿਹੜਾ ਭਾਰਤ ਦਾ ਸਭ ਤੋਂ ਮਸ਼ਹੂਰ ਬੰਦਾ ਹੈਗਾ ਬਿਜ਼ਨਸਮੈਨ, ਜਾਂ ਫਿਰ ਕਹੀਏ ਕਿ ਬਿਜ਼ਨਸਮੈਨ ਨਹੀਂ ਕਹਿਣਾ, ਇਹ ਗਲਤ ਸ਼ਬਦ ਹੋ ਜਾਂਦਾ ਆ, ਜਿਹੜਾ ਸਾਰੇ ਹੂੰ ਭਾਰਤ ਨੂੰ ਸਿਹਤ ਪੱਖੋਂ ਲੋਕਾਂ ਦੀ ਸਿਹਤ ਬਣਾ ਰਿਹਾ ਆ, ਬਾਬਾ ਆਹ ਉਹ ਵੀ ਸਾਰਾ ਚੋਲੇ ਵਾਲਾ, ਉਹ ਵੀ ਸਾਧ ਹੈ। ਦੇਖੋ ਉਹ ਜੀ ਅੱਛਾ ਸਾਧਾਂ ਦਾ ਬਾਬਾ ਮੁਲਕ, ਰਾਮਦੇਵ, ਉਹ ਤਾਂ ਬਹੁਤ ਬਾਬਾ ਬਿਲਕੁਲ ਰਾਮਦੇਵ, ਦੇਖੋ ਨਾਂ ਵੀ ਰਾਮਦੇਵ ਹੈ, ਕਿੰਨਾ ਪਿਆਰਾ ਆਹ ਨਾਮ ਹੈ ਬਿਲਕੁਲ ਹੈਨਾ। ਬਿਲਕੁਲ ਬਿਲਕੁਲ ਠੀਕ ਹੈ ਨਾ, ਬਿਲਕੁਲ ਉਹਨੇ ਬਿਲਕੁਲ। ਜ਼ਿੰਦਗੀ 'ਚ ਇੱਕ ਵਾਰੀ ਸੂਟ ਪਾਇਆ, ਬਾਹਲਾ ਨਹੀਂ ਪਾਇਆ, ਬਟ ਵੈਸੇ ਚਲੋ ਬੰਦਾ ਨਹੀਂ ਬਹੁਤ ਜੋਸ਼ੀਲਾ ਸਲਵਾਰ ਬੜਾ ਤੁਸੀਂ ਨਹੀਂ ਨਹੀਂ ਕਹਿੰਦੇ ਸਲਵਾਰ ਤਾਂ ਪਾਈ ਸੀ, ਉਹਦੀ ਚਰਚਾ ਬਹੁਤ ਹੋਈ ਆ। ਹਾਂਜੀ, ਇੱਕ ਹੀ ਵਾਰੀ ਮੈਂ ਕਿਹਾ, ਇੱਕ ਵਾਰੀ ਸੂਟ ਪਾਇਆ ਉਹਨੇ, ਅੱਛਾ ਅੱਛਾ ਸਲਵਾਰ ਜਦੋਂ ਅੱਛਾ ਪਾਈ ਅੱਛਾ ਸੀਗੀ ਬਸ। ਨਹੀਂ ਤਾਂ ਅੱਛਾ ਵਿਚਾਰਾ ਅੱਛਾ ਤਾਂ ਉਹ ਸਾਧਾਂ ਦੇ ਕੱਪੜੇ 'ਚ ਹੀ ਰਹਿੰਦਾ ਹੈ। ਤਾਂ ਹੁਣ ਜਦੋਂ ਹੂੰ ਇਦਾਂ ਦੇ ਰਾਮਦੇਵ ਵਰਗੇ, ਨਰਿੰਦੀ ਮੋਦੀ ਰਾਮ ਵਰਗੇ, ਜਿਹੜੇ ਇੱਕ ਰਾਮ ਰਾਜ ਵਾਲੇ ਮੁਲਕ ਦੇ ਵਿੱਚ, ਸਾਧਾਂ ਦੇ ਮੁਲਕ ਦੇ ਵਿੱਚ, ਦੇਖੋ ਕਿੰਨਾ ਆਹਾ ਮਤਲਬ ਡੈਮੋਕ੍ਰੇਸੀ ਹੈ। ਕਿਸੇ ਨੇ ਅੱਜ ਤੱਕ ਕਿਸੇ ਸੁਪਰੀਮ ਕੋਰਟ ਦੇ ਵਕੀਲ ਨੇ ਅੱਜ ਤੱਕ ਉੱਠ ਕੇ ਕਿਹਾ ਕਿ ਭਾਈ ਸੁਪਰੀਮ ਕੋਰਟ ਜਿਹੜੀ ਆਜ਼ਾਦ ਨਹੀਂ ਹੈਗੀ? ਅੱਜ ਤੱਕ ਕਦੀ ਤੁਸੀਂ ਸੁਣਿਆ ਇਸ ਮੁਲਕ ਵਿੱਚ ਕਿ ਕਿਸੇ ਕੋਰਟ ਨੇ ਗਲਤ ਫੈਸਲਾ ਦਿੱਤਾ ਹੋਵੇ? ਦੇਖੋ ਮਿੰਟਾਂ ਬਿਲਕੁਲ ਸਕਿੰਟਾਂ 'ਚ ਇਹ ਇਨਸਾਫ ਹੁੰਦੇ ਨੇ, ਤਾਂ ਸਹੀ ਗੱਲ ਹੈ ਇਸ ਕਰਕੇ ਇਹ ਜਮਹੂਰੀਅਤ ਹੈ ਜੀ, ਇਹ ਡੈਮੋਕ੍ਰੇਸੀ ਹੈ। ਤੇ ਡੈਮੋਕ੍ਰੇਸੀ ਦੇ ਵਿੱਚ ਹੁੰਦਾ, ਉਹ ਗੱਲ ਵੱਖਰੀ ਹੈ ਕਿ ਹੁਣ ਜਿਹੜੇ ਕੋਰਟ ਦੇ ਫੈਸਲੇ ਆਏ ਆ, ਫਿਰ ਆਪਣੇ ਵਰਗੇ ਬੰਦੇ ਕਹਿ ਦਿੰਦੇ ਜੀ ਗਲਤ ਆ। ਫਿਰ ਹੁਣ ਏਦਾਂ ਥੋੜੀ ਭਾਜੀ ਡੈਮੋਕ੍ਰੇਸੀ 'ਚ ਨਹੀਂ ਹੁੰਦਾ। ਦੇਖੋ, ਜੇ ਤਾਂ ਇੰਨਾ ਵਧੀਆ ਰਾਮ ਰਾਜ ਹੋਰ ਕੁਝ ਹੋਣਾ, ਜੇ ਤਾਂ ਕੋਈ ਗਾਈ ਵੀ ਸੜਕ ਤੇ ਮਰ ਜਾਵੇ ਜਾਂ ਕੋਈ ਮਾਰ ਦਿੰਦਾ, ਫੇਰ ਤਾਂ ਮੰਦਰ ਮਸਜਿਦ ਢਹਿ ਜਾਣੇ ਸੀਗੇ ਭਾਜੀ। ਹੁਣ ਉਹ ਕੁੜੀ ਨੂੰ ਨੋਚ ਹੂੰ, ਨੋਚ ਕੇ ਮਾਰਤਾ ਤਾਂ ਕੋਈ ਗੱਲ ਨਹੀਂ ਹੈਗੀ, ਕੋਈ ਰਾਮ ਰਾਜ ਆ, ਜੋ ਮਰਜੀ ਧੋਲ ਠੀਕ ਹੈ ਤਾਂ ਜੀ। ਜੀਭ ਵੀ ਵੱਢਤੀ। ਹਾਂਜੀ ਹਾਂਜੀ। ਔਰ 2:30 ਵਜੇ ਭਾਜੀ ਸਵੇਰੇ, ਉਹ, ਕੱਲ ਆਪਾਂ ਕੀਤੀ ਸੀ ਗੱਲ, ਔਰ ਧੱਕੇ ਹੂੰ, ਦੇ ਨਾਲ ਉਹਦਾ ਸੰਸਕਾਰ ਕੀਤਾ ਜਾਂਦਾ ਤੜਕੇ 2:30 ਵਜੇ ਸਵੇਰੇ। ਹੂੰ। ਦੇਖੋ ਹੋਰ ਰਾਜ ਤੋਂ ਵੱਡਾ ਰਾਜ ਹੱਦ ਹੀ ਹੋ ਗਈ ਪਈ ਆ ਜੀ। ਬਿਲਕੁਲ, ਚਲੋ ਪਹਿਲਾਂ ਆਪਾਂ ਰਾਮ ਰਾਜ ਦੇ ਵਿੱਚ ਜਿਹੜੀ ਮਸਜਿਦ ਢਾਈ ਗਈ ਸੀਗੀ ਜਾਂ ਢੱਠ ਗਈ ਸੀਗੀ, ਪਤਾ ਨਹੀਂ, ਕਹਿੰਦੇ ਪੁਰਾਣੀ ਹੋ ਗਈ ਸੀ ਸ਼ਾਇਦ, ਉਸ ਕਰਕੇ ਢੱਠ ਗਈ ਸੀਗੀ। ਬੰਦੇ ਨੇ ਤਾਂ ਹਾਂਜੀ ਹਾਂ ਕਿਸੇ ਨੇ ਕੁਝ ਕੀਤਾ ਨਹੀਂ ਆ। ਤੇ ਮੈਨੂੰ ਲੱਗਦਾ ਜਿਹੜੇ ਵੀਡੀਓ ਦੇਖੇ ਆ ਲੋਕਾਂ ਨੇ 1992 ਦੇ, ਉਹ ਸ਼ਾਇਦ ਜਾਲੀ ਵੀਡੀਓ ਬਣਾਏ ਹੋਣੇ ਆ ਵਿਪਕਸ਼ੀ ਪਾਰਟੀਆਂ ਨੇ, ਕਿ ਬਈ ਜਿਹੜੇ ਲੱਖਾਂ ਦੀ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਨੇ ਜਾ ਕੇ ਢਾਈ ਆ। ਤਾਂ ਭਾਜੀ ਜਿਹੜਾ ਫੈਸਲਾ ਹੋਇਆ, ਲਖਨਊ ਦੀ ਸੀਬੀਆਈ ਕੋਰਟ ਨੇ ਫੈਸਲਾ ਦਿੱਤਾ ਆ ਕਿ ਜਿਹੜੇ 32 ਅਕਿਊਜ਼ ਸੀਗੇ, ਜਿਨ੍ਹਾਂ ਦੇ ਵਿੱਚ ਆਹ ਦੇਸ਼ ਅਡਵਾਨੀ ਦੇ ਸਾਹਿਬ। ਪੂਰਵ ਹੋਮ ਮਿਨਿਸਟਰ ਅਡਵਾਨੀ ਸਾਹਿਬ, ਐਲਕੇ ਅਡਵਾਨੀ, ਨਾਲ ਪੂਰਵ ਮੰਤਰੀ ਮੁਰਲੀ ਮਨੋਹਰ ਜੋਸ਼ੀ, ਉਮਾ ਓਕੇ ਭਾਰਤੀ, ਇਹ ਵੀ ਮੰਤਰੀ, ਕਲਿਆਣ ਬਿਲਕੁਲ ਸਿੰਘ ਮੁੱਖ ਮੰਤਰੀ, ਤੇ ਨਾਲ ਰਾਜਪਾਲ, ਤੇ ਨਾਲ ਵਿਨੇ ਕਟਿਆਰ, ਇਹ ਜਿਹੜੇ ਕਿ ਬੀਜੇਪੀ ਦੇ ਬਹੁਤ ਵੱਡੇ ਲੀਡਰ ਤੇ ਮੁਖੀ ਵੀ ਰਹੇ ਨੇ, ਮੰਤਰੀ ਵੀ ਰਹੇ ਨੇ, ਇਹਨਾਂ ਦੇ ਨਾਮ ਵਿੱਚ ਸ਼ਾਮਿਲ ਹੈ। ਤਾਂ ਹੋਰ ਪਤਾ ਨਹੀਂ ਨਾ ਜਾਣੇ ਕਿੰਨੇ ਸਾਧਵੀਆਂ ਦੇ ਨਾਮ ਇਹਦੇ ਵਿੱਚ ਸ਼ਾਮਿਲ ਸੀਗੇ, ਜਿਨ੍ਹਾਂ ਨੂੰ ਕਹਿੰਦੇ ਜੀ ਇਹ 32 ਜਾਣਿਆਂ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਮਿਲਿਆ ਜਿੱਥੋਂ ਇਹ ਸਾਬਤ ਹੁੰਦਾ ਹੋਵੇ ਕਿ ਜਿਹੜੀ ਬਾਬਰੀ ਮਸਜਿਦ ਢਾਉਣ ਦਾ ਪਲਾਨ ਸੀਗਾ, ਇਹ ਪ੍ਰੀ ਪਲਾਨਡ ਕੀਤਾ ਗਿਆ ਸੀਗਾ, ਯਾਨੀ ਕਿ ਇਹਨੂੰ ਪਹਿਲਾਂ ਪਲਾਨ ਕੀਤਾ ਗਿਆ ਸੀ। ਇਹਦਾ ਕੋਈ ਸਬੂਤ ਨਹੀਂ ਹੈਗਾ ਭਾਜੀ। ਉਹ ਜਿਹੜੀਆਂ ਬਿਲ ਹਜ਼ਾਰਾਂ ਦੀ ਤਾਦਾਦ ਵਿੱਚ ਸੈਂਕੜੇ ਜਿਹੜੀਆਂ ਵੀਡੀਓ ਕਲਿੱਪਸ, ਲੈਕਚਰ ਜਿਹੜੇ ਪਏ ਨੇ, ਉਹ ਸਾਰੇ ਝੂਠੇ ਨੇ। ਉਹ ਕੋਰਟ ਬਿਲਕੁਲ ਨੂੰ ਨਹੀਂ ਦਿਸੇ, ਉਹ ਕਈ ਵਾਰ ਭੁਲੇਖਾ ਲੱਗ ਜਾਂਦਾ, ਨਹੀਂ ਦਿਸਦੇ, ਸਾਬਤ ਨਹੀਂ ਹੁੰਦੇ ਕਿ ਵੀ ਉਹ ਐਵੇਂ ਗੱਲਾਂ ਹਵਾ 'ਚ ਨਿਕਲ ਗਈਆਂ ਹੋਣਗੀਆਂ। ਉੱਥੇ ਜਿਹੜੀਆਂ ਤਸਵੀਰਾਂ ਆਈਆਂ, ਜਿਹੜੀਆਂ ਉੱਥੇ ਬਾਬਰੀ ਮਸਜਿਦ ਤੇ ਖੜ ਕੇ ਜਿਹੜੀਆਂ ਗੱਲਾਂ ਕਹੀਆਂ ਗਈਆਂ ਕਿ ਵੀ ਇਹਨੂੰ ਢਾਉਣਾ ਆ, ਆਜੋ ਇਹਨੂੰ ਢਾਈਏ, ਇਹ ਸਾਡੇ ਦੁਸ਼ਮਣਾਂ ਦੀ ਹੈ, ਉਹ ਜਿਹੜੇ ਲੈਕਚਰ ਸੀਗੇ ਉਹ ਸਾਰੇ ਕੋਰਟ ਨੂੰ ਨਹੀਂ ਮਿਲੇ, ਸੀਬੀਆਈ ਨੂੰ ਨਹੀਂ ਮਿਲੇ ਭਾਜੀ। ਬਹੁਤ ਵੱਡੀ ਜਾਂਚ ਏਜੰਸੀ ਹੈ, ਕਈ ਵਾਰ ਕੀ ਹੁੰਦਾ ਬਿਲਕੁਲ ਨਾ, ਉਹ ਥੱਲੇ ਵਾਲੀਆਂ ਛੋਟੀ ਛੋਟੀਆਂ ਕੀੜੀ ਮਕੌੜੇ ਵਰਗੀਆਂ ਚੀਜ਼ਾਂ ਰਹਿ ਜਾਂਦੀਆਂ ਨੇ, ਵੱਡੀ ਜਾਂਚ ਏਜੰਸੀ ਹੈ। ਤੇ ਨਾਲ ਬਿਲਕੁਲ ਉਹਨੇ ਬਿਲਕੁਲ ਕਹਿੰਦੇ ਆ ਕਿ ਕੋਈ ਐਸਾ ਸਬੂਤ ਨਹੀਂ ਮਿਲਿਆ ਕਿ ਇੱਥੇ ਕੋਈ ਕਨਸਪੀਰੇਸੀ ਕੀਤੀ ਗਈ ਸੀਗੀ ਇਹਨੂੰ ਢਾਉਣ ਦੀ। ਯਾਨੀ ਕਿ ਬਿਲਕੁਲ ਇੱਕ ਤਾਂ ਕਿਹਾ ਕਿ ਪ੍ਰੀ ਪਲੈਨਿੰਗ, ਹੂੰ ਯਾਨੀ ਕਿ ਪਹਿਲਾਂ ਪਲਾਨ ਕਰਨੀ, ਤੇ ਕਹਿੰਦੇ ਕਨਸਪੀਰੇਸੀ ਵੀ ਸਾਨੂੰ ਨਹੀਂ ਮਿਲੀ ਕਿਤੇ ਵੀ, ਯਾਨੀ ਕਿ ਕਨਸਪੀਰੇਸੀ ਹੋਈ ਨਹੀਂ ਸੀ। ਇਹ ਨਹੀਂ ਕਿ ਇਹਨਾਂ 32 ਬੰਦਿਆਂ ਨੇ ਨਹੀਂ ਕੀਤੀ, ਕਹਿੰਦੇ ਕਨਸਪੀਰੇਸੀ ਹੋਈ ਨਹੀਂ। ਤੇ ਨਾਲ ਉਹਨਾਂ ਨੇ ਕਿਹਾ ਕਿ ਭਾਜੀ, ਜਿਹੜਾ ਉਹਨਾਂ ਨੇ ਮੇਨ ਕੋਰਟ ਨੇ ਕਿਹਾ ਆ ਕਿ ਜਿਹੜੇ 32 ਬੰਦਿਆਂ ਤੇ ਇਲਜ਼ਾਮ ਲਾਏ ਨੇ, ਇਹ ਤਾਂ ਦੇਵਤਾ ਸਰੂਪ ਨੇ, ਵਾਹ ਇਹ ਵਾਹ ਤਾਂ ਵਾਹ ਇਹ ਤਾਂ ਮਸਜਿਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ।
ਓਹ ਖੜੇ ਹੋ ਗਏ ਸੀ। ਇਹ ਸਟੇਟਮੈਂਟ ਵਿੱਚ ਆ ਕੋਰਟ ਦੀ ਕਿ ਇਹ ਮਸਜਿਦ 'ਚ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਮਸਜਿਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਜੇ ਕੋਈ ਉੱਥੇ ਜਿਹੜੇ ਅਣਪਛਾਤੇ ਲੋਕ, ਸ਼ਰਾਰਤੀ ਲੋਕ, ਗੁੰਡਾ ਅਨਸਰ ਜਿਹੜੇ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀਗੇ, ਇਹਨਾਂ ਨੇ ਤਾਂ ਆਪਣੀ ਜਾਨ ਦੀ ਹਥੇਲੀ, ਜਾਨ ਦੀ ਪਰਵਾਹ ਕੀਤੇ ਬਿਨਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਤੇ ਜ਼ਾਲਮ ਸਰਕਾਰ ਦੇਖੋ, ਡੈਮੋਕ੍ਰੇਸੀ ਹੂੰ, ਦੀ ਵਿੱਚ ਹੈ ਨਾ, ਉਹ ਇਹਨਾਂ ਬਿਲਕੁਲ ਗਰੀਬ ਬੰਦਿਆਂ ਦੇ ਇਲਜ਼ਾਮ ਲਾ ਕੇ 28 ਸਾਲ ਇਹਨਾਂ ਨੂੰ ਭਾਜੀ ਕੋਰਟ ਦੇ ਗੇੜੇ ਲਵਾਏ। ਏਡਾ ਪਰੇਸ਼ਾਨ ਜ਼ੁਲਮ ਕਰੀ ਗਿਆ। ਦੇਖੋ, ਕਿੱਡਾ ਪਰੇਸ਼ਾਨ ਹੂੰ, ਭਾਜੀ। ਭਾਵੇਂ ਉਹ 28 ਸਾਲ ਦੇ ਵਿੱਚ ਬੰਦਾ ਇੱਕ ਵਾਰ ਹੋਮ ਮਿਨਿਸਟਰ ਵੀ ਰਿਹਾ ਆ, ਕਈ ਬੰਦੇ ਮੁੱਖ ਮੰਤਰੀ ਵੀ ਰਹੇ ਨੇ, ਤਾਂ ਮੰਤਰੀ ਵੀ ਰਹੇ ਦੇਖੋ ਨੇ, ਮਗਰ ਜ਼ੁਲਮ ਮੀਡੀਆ ਨੂੰ ਕਹਿੰਦੇ ਨਹੀਂ-ਨਹੀਂ ਤੁਸੀਂ ਝੂਠ ਬੋਲਦੇ ਹੋ, ਉਹ ਬੰਦੇ ਇਹ ਤਾਂ ਬਹੁਤ ਇਹਦਾ ਹਾਂ। ਤਾਂ ਕੋਈ ਮਤਲਬ ਮੁਕਾਬਲਾ ਹੀ ਹੈ ਨਹੀਂ। ਨਹੀਂ, ਨਹੀਂ, ਬਿਲਕੁਲ, ਬਿਲਕੁਲ ਜੀ। ਮੀਡੀਆ ਨੇ ਭਾਜੀ ਬਹੁਤ ਵੀਡੀਓ ਕਲਿੱਪਾਂ ਸੀਗੀਆਂ, ਉਹ ਕਹਿੰਦੇ ਨਹੀਂ ਤੁਸੀਂ ਸਾਰੀਆਂ ਡਾਕਟਰਡ ਨੇ, ਇਹ ਸਾਰੀਆਂ ਝੂਠੀਆਂ ਵੀਡੀਓ ਕਲਿੱਪ ਨੇ। ਤਾਂ ਭਾਜੀ ਬਿਲਕੁਲ, ਜਿਹੜੇ ਫੈਸਲਾ ਸੁਣਾਉਣ ਵਾਲੇ ਸਾਡੇ ਸਤਿਕਾਰਯੋਗ ਮਹਾਨ ਯੋਧੇ ਜਿਹੜੇ ਆਹ, ਜੱਜ ਸੀਗੇ ਜੀ, ਐਸ.ਕੇ. ਯਾਦਵ। ਹਾਂਜੀ, ਹੁਣ ਖਾਸ ਗੱਲ ਹੈ ਜੀ, ਐਸ.ਕੇ. ਯਾਦਵ ਇਤਿਹਾਸ ਦਾ ਹਿੱਸਾ ਬਣ ਗਏ ਨੇ, ਬਿਲਕੁਲ ਜੀ ਕਿਉਂਕਿ ਹਿਸਟਰੀ ਬਣ ਗਈ। ਕੱਲ ਫੈਸਲਾ ਆਉਂਦਾ ਆ 30 ਸਤੰਬਰ ਨੂੰ, ਔਰ ਕੱਲ ਉਹਨਾਂ ਦਾ ਅਖੀਰਲਾ ਦਿਨ ਸੀਗਾ ਜੀ ਐਜ਼ ਏ ਜੱਜ। ਤੇ ਕੱਲ ਉਹ ਰਿਟਾਇਰ ਵੀ ਹੋ ਗਏ ਨੇ। ਵਾਹ, 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 ਵਾਹ! ਕੱਲ ਉਹ ਰਿਟਾਇਰ ਹੋਏ ਨੇ, ਰਿਟਾਇਰ ਹੋਣ ਵੇਲੇ ਉਹ ਫੈਸਲਾ ਸੁਣਾ ਕੇ ਗਏ ਨੇ। ਤਾਂ ਹੁਣ ਭਾਜੀ ਫਿਰ ਰਾਜ ਸਭਾ ਨਹੀਂ ਤਾਂ ਫਿਰ ਹੋਰ ਸੀਟਾਂ ਪੱਕੀਆਂ। ਇਹ ਸਾਰੇ ਰਿਟਾਇਰ ਹੋਣ ਤੋਂ ਪਹਿਲਾਂ ਹੀ ਸੁਣਾਉਂਦੇ ਆ ਨਾਲੇ, ਮਤਲਬ ਉਹਨਾਂ ਦੇ ਜਿਹੜੇ ਹੁੰਦੇ ਦੇਖੋ ਆ। ਅੱਛਾ ਜਿਹੜਾ ਇੱਕ ਹਾਂਜੀ, ਇੱਕ ਭਾਜੀ ਇਹਦੇ ਵਿੱਚ ਇਹ ਵੀ ਸੀਗਾ ਵੀ ਇਹਨਾਂ ਹਾਂਜੀ, ਨੇ ਜਿਹੜੀ 2 ਕੁ ਦਿਨ ਪਹਿਲਾਂ ਆਪਾਂ ਕੱਲ ਖਬਰ ਵੀ ਤੁਸੀਂ ਕੀਤੀ ਸੀ, ਅਮਨੈਸਟੀ ਵਾਲਿਆਂ ਨੂੰ ਹਾਂਜੀ, ਕੁੱਤੇ ਖਾਣੀ, ਜਿਹੜੀ ਉਹਦਾ ਅੱਖਰ ਕੱਲ ਤੁਸੀਂ ਕਿਹਾ ਉਹਦਾ ਮਤਲਬ ਇਹ ਸੀ ਪੰਜਾਬੀ ਚ ਹੁੰਦਾ, ਉਹਦਾ ਕੁੱਤੇ ਖਾਣੀ ਕਰਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ। ਅਮਨੈਸਟੀ ਵਾਲਿਆਂ ਹਾਂਜੀ, ਨੂੰ ਪਹਿਲਾਂ ਹੀ ਉਹਨਾਂ ਕੋਲ ਪ੍ਰੂਫ ਸੀਗੇ, ਉਹਨਾਂ ਨੇ ਅੱਗੇ ਰਿਪੋਰਟਾਂ ਹਾਂਜੀ, ਭੇਜੀਆਂ ਸੀ। ਹਾਂਜੀ, ਹਾਂਜੀ, ਬਿਲਕੁਲ। ਠੀਕ ਹੈ। ਨਹੀਂ, ਬਿਲਕੁਲ। ਹੁਣ ਇਹਦੇ ਨਾਲ ਸਿਰਫ ਇੱਕ ਹੀ ਚੀਜ਼ ਜੋੜੂੰਗਾ ਮੈਂ ਕਿ ਥੋੜੇ ਦਿਨ ਪਹਿਲਾਂ ਜਿਹੜਾ 5 ਅਗਸਤ ਨੂੰ ਫੈਸਲਾ ਆਇਆ ਸੀਗਾ, ਰਾਮ ਮੰਦਿਰ ਵਾਲਾ ਜਿਹੜਾ ਆਹ, ਉਦਘਾਟਨ ਹੋਇਆ ਉੱਥੇ ਨੀਵਤ, ਉਹਦਾ ਜਿਹੜਾ ਫੈਸਲਾ ਆਇਆ ਸੀ ਪਹਿਲਾਂ, ਉਹ ਹਾਂਜੀ, ਵੀ ਜਿਹੜੇ ਜੱਜ ਨੇ ਦਿੱਤਾ ਸੀਗਾ, ਉਹਦਾ ਵੀ ਰਿਟਾਇਰਮੈਂਟ ਦਿਨ ਸੀ। ਉਹਨੇ ਬਿਲਕੁਲ, ਵੀ ਆਪਣੀ ਰਿਟਾਇਰਮੈਂਟ ਤੋਂ ਕੁਝ ਦਿਨ ਹਾਂਜੀ, ਪਹਿਲਾਂ ਉਹ ਫੈਸਲਾ ਦਿੱਤਾ ਸੀਗਾ, ਔਰ ਉਹ ਜੱਜ ਉਹੀ ਸੀਗਾ ਜਿਹਨੇ ਉਹ ਕੁਝ ਸਾਲ ਕੁ ਪਹਿਲਾਂ ਸੁਪਰੀਮ ਕੋਰਟ ਦੇ ਖਿਲਾਫ ਇੱਕ ਮੁਜ਼ਾਹਰਾ ਕੱਢਿਆ ਸੀਗਾ ਕਿ ਪਹਿਲੀ ਵਾਰ ਹਿਸਟਰੀ 'ਚ ਹੋਇਆ ਸੀਗਾ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸਰਕਾਰ ਹੈ ਦਖਲਅੰਦਾਜ਼ੀ ਕਰ ਰਹੀ ਹੈ, ਤੇ ਸੁਪਰੀਮ ਕੋਰਟ ਜਿਹੜਾ ਆ ਉਹ ਲੋਕਾਂ ਦੇ ਫੈਸਲੇ ਆਜ਼ਾਦੀ ਨਾਲ ਨਹੀਂ ਕਰ ਪਾ ਰਹੀ ਹੈ। ਤਾਂ ਉਹੀ ਜੱਜ ਸਾਲ ਬਾਅਦ ਜਾ ਕੇ ਫੈਸਲਾ ਸੁਣਾਉਂਦਾ ਹੈ, ਔਰ ਥੋੜੇ ਦਿਨਾਂ ਬਾਅਦ ਰਿਟਾਇਰ ਹੋ ਜਾਂਦਾ ਆ। ਔਰ ਨਾਲ ਦੀ ਨਾਲ ਅਸਾਮ 'ਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਬੀਜੇਪੀ ਦਾ ਕੈਂਡੀਡੇਟ ਦੇ ਤੌਰ ਦੇ ਉੱਤੇ ਵੀ ਉੱਤੇ ਫੈਸਲਾ ਕੀਤਾ ਜਾ ਰਿਹਾ ਆ, ਵਾਹ, ਮੁੱਖ ਵਾਹ, ਵਾਹ! ਮੰਤਰੀ ਦੇ ਕੈਂਡੀਡੇਟ ਦੇ ਤੌਰ ਤੇ। ਹੁਣ ਤੁਸੀਂ ਭਾਜੀ ਦੇਖੋ, ਕਨੈਕਸ਼ਨ ਦੇਖੋ, ਉਹਨਾਂ ਨੂੰ ਮਤਲਬ ਨਵਾਜਣਾ ਨਾ, ਹੁਣ ਕਿ ਨਵਾਜਣਾ ਨਹੀਂ, ਹੁਣ ਅਵਾਰਡ ਦੇ ਹਾਂ, ਨਾਲ ਨਵਾਜਣਾ। ਇਹ ਦਿਸ ਇਜ਼ ਡੈਮੋਕ੍ਰੇਸੀ ਭਾਜੀ, ਦਿਸ ਇਜ਼ ਐਕਚੁਅਲੀ ਦਾ ਰੀਅਲ ਇਹ ਡੈਮੋਕ੍ਰੇਸੀ। ਅਸਲੀ ਆ, ਉਹਨਾਂ ਨੂੰ ਫਲ ਮਿਲ ਹਾਂ, ਰਿਹਾ ਜੀ, ਉਹਨਾਂ ਨੇ ਇੰਨੀ ਕੁਰਬਾਨੀਆਂ ਕੀਤੀਆਂ ਆ, ਫੈਸਲੇ ਬਿਲਕੁਲ, ਵਧੀਆ ਬਿਲਕੁਲ। ਦਿੱਤੇ ਆ। ਫਿਰ ਆਪਾਂ ਕਹਿਣਾ ਜੀ ਹਾਊਡੀ ਮੋਦੀ, ਮੋਦੀ, ਮੋਦੀ। ਫਿਰ ਆਪਾਂ ਇੱਥੇ ਜਦੋਂ ਆਸਟ੍ਰੇਲੀਆ ਆਉਂਦਾ, ਫਿਰ ਆਪਾਂ ਮੋਦੀ ਟ੍ਰੇਨ ਲੈ ਕੇ ਜਾਣਾ ਆ ਸਿਡਨੀ ਨੂੰ, ਮੈਲਬਨ ਤੋਂ। ਬਿਲਕੁਲ, 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 ਬਿਲਕੁਲ। ਮੈਲਬਨ ਤੋਂ ਸਿਡਨੀ, ਫਿਰ ਗਰਾਊਂਡ ਵਿੱਚ ਵੱਡੇ-ਵੱਡੇ ਇਕੱਠੇ ਹੋ ਕੇ ਅਸੀਂ ਇਕੱਠ ਕਰਨੇ ਆ। ਤਾਂ ਫਿਰ ਦੇਖੋ ਜੀ ਇਹ ਹੁੰਦਾ ਜੀ, ਫਿਰ ਕਹਿਣਾ ਜੀ ਕੋਰਟ ਇਨਸਾਫ ਨਹੀਂ ਦਿੰਦੀਆਂ, ਦਿੰਦੀਆਂ ਨੇ, ਏਦਾਂ ਦਿੰਦੀਆਂ ਨੇ। ਬਿਲਕੁਲ ਜੀ, ਬਿਲਕੁਲ। ਬਿਲਕੁਲ ਏਦਾਂ ਵੀ ਦਿੰਦੀਆਂ ਨੇ। ਤੁਸੀਂ ਮਾੜਾ-ਮੋਟਾ ਵੀ ਫੇਅਰ ਤੁਸੀਂ ਕਰ ਲਓ ਵੀ ਸਾਰੇ ਦੇ ਸਾਰੇ ਹੀ ਫ੍ਰੀ ਕਰ ਦਿੱਤੇ, ਵੀ 2-4 ਬੰਦੇ ਜਾਂ ਕੁਛ ਲੋਕਾਂ ਨੂੰ ਮਾੜਾ-ਮੋਟਾ ਸ਼ਰੇਆਮ ਹੀ ਮਤਲਬ ਧੱਕਾ। ਇਹ ਆ ਜੀ ਇੰਡੀਆ, ਹੂੰ, ਭਾਰਤ ਦੇਸ਼ ਜੀ। ਹਮਾਰਾ ਇਸ ਕਰਕੇ ਮਹਾਨ ਆ। ਇਹ ਵੀ ਉਹਨਾਂ ਮਹਾਨਤਾ ਨੇ ਹੋਰ ਕਿਤੇ ਨਹੀਂ ਮਿਲਦੀ। ਬਿਲਕੁਲ ਏਡੀ ਮਹਾਨਤਾ ਨਹੀਂ ਭਾਜੀ ਮਿਲਣੀ ਕਿ ਉਹਨਾਂ ਨੇ ਨਾ, ਇਹ ਕਹਿ ਦਿੰਦੇ ਨਾ ਨਾ। ਜੀ, ਇਹ ਕਹਿ ਦਿੰਦੇ ਕਿ ਭਾਈ ਸਾਨੂੰ ਸਬੂਤ ਨਹੀਂ ਮਿਲਿਆ ਕਿ ਇਹਨਾਂ ਦਾ ਕੋਈ ਹੱਥ ਸੀਗਾ। ਉਹ ਕਹਿੰਦੇ ਹੂੰ। ਹੱਥ ਇਹਨਾਂ ਦਾ ਢਾਉਣ ਦੇ ਵਿੱਚ ਤਾਂ ਛੱਡੋ, ਇਹ ਤਾਂ ਬਚਾ ਰਹੇ ਸੀਗੇ। ਤਾਂ ਦੇਖੋ ਭਾਜੀ ਮੈਂ ਹੁਣ ਕੀ ਉਲਟਾ ਕਰਤਾ। ਮਤਲਬ ਕੀ ਬਿਲਕੁਲ, ਯਾਰ ਬਿਲਕੁਲ, ਓਹ ਮਾਈ ਇਨਸਾਫ ਹੈ, ਗॉड! ਸਾਡੇ ਲੋਕ ਯਾਰ ਕਚਹਿਰੀਆਂ 'ਚ ਬੰਦਾ ਜਾਂਦੇ ਨੇ। ਹੱਸੇ ਕਿ ਰੋਵੇ ਇਹਨਾਂ ਦੇ ਫੈਸਲਿਆਂ ਤੋਂ ਸਮਝ ਨਹੀਂ ਲੱਗਦੀ। ਇਹ ਹਾਲੇ ਤੱਕ ਵੀ ਪੜ੍ਹ ਗਈ ਜਨਤਾ, ਕੁੜੀਆਂ ਪੜ੍ਹ ਗਈਆਂ, ਬੱਚੇ ਪੜ੍ਹ ਗਏ, ਸਾਰਾ ਕੁਝ ਹੋ ਗਿਆ। ਬਾਹਰ ਕੋਈ ਜਾਤਾਂ ਬਿਲਕੁਲ। ਦਾ ਫ਼ਰਕ ਨਹੀਂ, ਕੁਛ ਨਹੀਂ। ਬਾਹਰ ਆ ਕੇ ਵੀ ਜੌਬਾਂ ਬੱਚੇ ਕਰਦੇ ਪਏ ਵਧੀਆ। ਤੇ ਉਹ ਰਾਮ ਜੋਗੀ ਕਹਿ ਰਿਹਾ ਵੀ ਜਿਹੜਾ ਸੀਗਾ ਜਿੱਦਾਂ ਉਹ ਕਹਿੰਦਾ ਸੀ ਸਟੇਟਮੈਂਟਾਂ ਦਿੰਦਾ, ਉਹਦੇ ਪ੍ਰੂਫ ਆ ਭਾਜੀ। ਯੂਨੀਵਰਸਿਟੀ ਦੇ ਵਿੱਚ ਕੱਲ ਪੰਜਾਬ ਯੂਨੀਵਰਸਿਟੀ ਸਟੂਡੈਂਟਾਂ ਨੇ ਇਕੱਠੇ ਹੋ ਕੇ ਵੀ ਹੂੰ, ਬਹੁਤ ਮੁਜ਼ਾਹਰਾ ਵੱਡਾ ਕੀਤਾ। ਵੀ ਜਿਹੜੀ ਬਿਲਕੁਲ। ਕਾਨੂੰਪ੍ਰਿਆ ਕੁੜੀ, ਉਹਨੇ ਵੀ ਕਿਹਾ, ਮਾਈ ਭਾਗੋ ਦਾ ਵਾਸਤਾ ਪਾ ਕੇ ਵੀ ਉਹ ਪਹਿਲਾਂ ਤੋਂ ਕਹਿੰਦੀ ਆ, ਕਹਿੰਦੀ ਵੀ ਰਾਮ ਇਹ ਜਿਹੜਾ ਜੋਗੀ ਆ, ਜਿਹਦੀ ਸਟੇਟ ਦੇ ਵਿੱਚ ਉਹ ਕੁੜੀ ਦੇ ਨਾਲ ਬਲਾਤਕਾਰ ਹੁੰਦਾ, ਫਿਰ ਉਹਨਾਂ ਜ਼ੁਲਮ ਕਿੰਨਾ ਹੁੰਦਾ। ਉਹਦਾ ਮਤਲਬ ਕਿ
ਦੱਸਣ ਵਾਲੀ ਗੱਲ ਤੇ ਮਨ ਭਰ ਜਾਂਦਾ ਆ, ਬਹੁਤ ਬੁਰਾ ਹਾਲ ਆ। ਬਈ ਉਹਦੀ ਜੀਭ ਵੱਢਤੀ, ਉਹਦੀ ਧੌਣ ਤੋੜ ਦਿੱਤੀ, ਫਿਰ ਜਦੋਂ ਪੁਲਿਸ ਕੋਲ ਜਾਂਦੇ, ਪੁਲਿਸ ਵਾਲਾ ਕਹਿੰਦਾ ਇਹ ਤਾਂ ਡਰਾਮਾ ਕਰਦੀ ਆ। ਓ ਮਾਈ ਗੋਡ! ਭਾਜੀ ਇੰਨਾ ਬਿਲਕੁਲ ਕਿੰਨੇ ਜੀ। ਹੋਰ ਕੇਸ ਹੁੰਦੇ ਹੋਣਗੇ ਵੀ ਫਿਰ ਉਹਨੂੰ 2:30 ਵਜੇ ਤੁਸੀਂ ਉਹਦਾ 15 ਦਿਨਾਂ ਬਾਅਦ ਉਹਦਾ ਸੰਸਕਾਰ ਕਰ ਦਿੱਤਾ ਜਾਂਦਾ। ਜਬਰੀ ਮਤਲਬ ਦਲਿਤਾਂ ਨੂੰ ਉਹ ਜੋਗੀ ਕਹਿੰਦਾ ਰਿਹਾ ਪਹਿਲਾਂ ਵੀ ਜਿਹੜੀਆਂ ਮੁਸਲਮਾਨਾਂ ਦੀਆਂ ਕਬਰਾਂ ਉਠਾਲ ਕੇ ਲੇਡੀਜ਼ ਦੀਆਂ ਉਹਨਾਂ ਨਾਲ ਵੀ ਤੁਸੀਂ ਰੇਪ ਕਰੋ। ਏਦਾਂ ਦੇ ਬੰਦੇ ਸਟੇਟਮੈਂਟ ਦਿੰਦੇ ਆ। ਰਾਮ ਨਾਮ ਰੱਖਿਆ ਰਾਮ ਜੋਗੀ। ਦੇਖ ਲਓ ਜੀ ਭਾਜੀ। ਆਦਿੱਤਿਆਨਾਥ ਜੋਗੀ, ਚਲੋ ਆਹ ਕੀ ਨਾਮ ਹੂੰ ਜੋ ਵੀ ਹੈ। ਹਾਂ ਰਾਮ ਹੀ ਦੇਖੋ ਜੀ, ਜਾਣਦੇ ਉਹਨੂੰ ਸਾਰੇ। ਇਹ ਹੈਗਾ ਜੀ, ਹੂੰ ਸੌਰੀ, ਇਹ ਕਿ ਜਦੋਂ ਆਹ ਬਾਬਰੀ ਮਸਜਿਦ ਤੇ ਥੋੜਾ ਹਾਸਾ ਤਾਂ ਆਉਂਦਾ ਹੈ ਕਿਉਂਕਿ ਮਜ਼ਾਕ ਅਸੀਂ ਨਹੀਂ ਕਰ ਰਹੇ। ਮਜ਼ਾਕ ਸੁਪਰੀਮ ਕੋਰਟ ਜਾਂ ਕੋਟ ਫਿਰ ਕਰ ਰਹੀ ਆ। ਜਿਹੜੀਆਂ CBI ਵਰਗੀਆਂ ਟੌਪ ਦੀਆਂ ਏਜੰਸੀਆਂ ਨੇ, ਇਹ ਕਰ ਰਹੀਆਂ ਨੇ। ਇਸ ਲੋਕਤੰਤਰ ਦਾ ਕਰਕੇ ਇਹਦੇ ਮੂਹਰੇ ਸ਼ਰੇਆਮ ਸਾਡਾ ਮਜ਼ਾਕ ਹੋ ਮਜ਼ਾਕ, ਰਿਹਾ। ਸਰੇਆਮ ਮਜ਼ਾਕ ਹਾਂਜੀ ਹੋ ਰਿਹਾ। ਔਰ 135 ਕਰੋੜ ਲੋਕਤੰਤਰ ਲੋਕਾਂ ਦੇ ਲੋਕਾਂ ਨਾਲ ਦੇ ਮਜ਼ਾਕ। ਤੰਤਰ ਦਾ, ਬਿਲਕੁਲ ਜੀ, ਲੋਕਤੰਤਰ ਦਾ ਮਜ਼ਾਕ ਹੋ ਰਿਹਾ। ਵਰਲਡ ਨੂੰ ਅਸੀਂ ਦੱਸ ਰਹੇ ਹਾਂ, ਮੀਡੀਆ ਨੂੰ, ਬਿਲਕੁਲ ਇਹ ਲੋਕਤੰਤਰ ਦਾ ਸ਼ਰੇਆਮ ਮਜ਼ਾਕ ਹੋ ਰਿਹਾ। ਇੱਧਰ ਧਿਆਨ ਦੇਣ ਦੀ ਲੋੜ ਆ। UNO ਵਾਲਿਆਂ ਨੂੰ, ਆਪਣੀ ਐਮਨੈਸਟੀਆਂ ਨੂੰ ਉੱਥੇ ਸਹੂਲਤਾਂ ਦੇ ਕੇ ਉਹਨਾਂ ਨੂੰ ਜਿੱਦਾਂ ਵੀ ਮਰਜ਼ੀ ਇਹਨਾਂ ਤੇ ਪੂਰੀ ਅੱਖ ਰੱਖੀ ਜਾਵੇ, ਜਾਂ ਅੱਗੇ ਤੇ ਇਦਾਂ ਦੀਆਂ ਮੀਟਿੰਗਾਂ ਹੋਣ ਤੇ ਇਹਨਾਂ ਨੂੰ ਇਹ ਕੁਐਸਚਨ ਕਰਨੇ ਬਣਦੇ ਆ। ਬਿਲਕੁਲ, ਜਾਂ ਉਹੀ ਗੱਲ ਹੈ ਕਿ ਜਾਂ ਤਾਂ ਹੁਣ ਦੋ ਕੰਮ ਕਰ ਸਕਦੇ, ਜਾਂ ਤਾਂ ਹੌਡੀ ਮੋਦੀ ਕਰ ਲੈਣਗੇ ਜਾਂ ਕੁਐਸਚਨ ਕਰ ਹਾਂ ਲੈਣਗੇ। ਹੁਣ ਇਹੀ ਅਸੀਂ ਕਹਿ ਰਹੇ ਹਾਂ ਜੀ ਕਿ ਹੌਡੀ ਮੋਦੀ ਘਟਾ ਕੇ ਕੁਐਸਚਨ ਕਰੋ। ਜਦੋਂ ਆਉਂਦਾ ਆ, ਜਦੋਂ ਆਸਟ੍ਰੇਲੀਆ ਚ ਆਉਂਦਾ ਤਾਂ ਪ੍ਰਧਾਨ ਮੰਤਰੀ ਵੀ ਮੋਦੀ ਦੇ ਪਿੱਛੇ ਪਿੱਛੇ ਲੱਗ ਜਾਂਦਾ ਆ, ਉਹਨੂੰ ਪਾਰਲੀਮੈਂਟ ਚ ਲਿਜਾਂਦੇ ਨੇ, ਬਟ ਸਵਾਲ ਨਹੀਂ ਪੁੱਛਦੇ ਕਿ ਭਾਈ ਤੂੰ ਕਰਕੇ ਕੀ ਆਇਆ ਹੈ? ਤੇਰੇ ਇੱਥੇ ਜਿਹੜੀਆਂ ਤੁਹਾਡੇ ਕੋਰਟਸ ਨੇ ਕਰ ਕੀ ਰਹੀਆਂ ਨੇ, ਮਜ਼ਾਕ ਬਣਾਇਆ ਹੋਇਆ ਇਹਦੇ। ਉਹ ਜੋ ਕਚਹਿਰੀਆਂ ਆਪਣੇ, ਜੋ ਉੱਥੇ ਦੀ ਸਰਕਾਰ ਆਪਣੇ 135 ਕਰੋੜ ਲੋਕਾਂ ਦੇ ਨਾਲ ਮਜ਼ਾਕ ਕਰ ਰਹੀਆਂ ਨੇ, ਸਾਡਾ ਮਜ਼ਾਕ ਉਹਦੇ ਸਾਹਮਣੇ ਕੁਝ ਵੀ ਨਹੀਂ ਹੈਗਾ। ਬਿਲਕੁਲ ਤਾਂ ਜੀ। ਹੁਣ ਇਸ ਕਰਕੇ ਬੜਾ ਦੁੱਖ ਲੱਗਦਾ ਜੀ, ਦੁੱਖ ਵੀ ਹੈ ਤਾਂ, ਬਟ ਇਹ ਹਾਸਿਆਂ ਵਾਲੀ ਖਬਰ ਵੀ ਹੈਗੀ ਹੈ ਜੋ ਕੋਰਟ ਵਿੱਚ ਹੋਇਆ। ਬਟ ਸਭ ਤੋਂ ਵੱਡੀ ਦੁੱਖ ਵਾਲੀ ਖਬਰ ਹੈ ਜੋ UP ਚੋਂ ਆਈ ਹੈ, ਜਿਹਦੀ ਅਸੀਂ ਕੱਲ ਵੀ ਚਰਚਾ ਕੀਤੀ ਸੀਗੀ। ਤੇ ਨਾਲ ਦੀ ਨਾਲ ਪੂਰੀ ਜਿੱਦਾਂ ਜਿਹੜੇ ਇਨਸਾਨੀਅਤ ਦਾ, ਹਿਊਮੈਨਿਟੀ ਦਾ, ਸਭਿਅਤਾ ਦਾ ਕਹਾਣ ਆ ਭਾਜੀ। ਇੰਨਾ ਸ਼ਰੇਆਮ ਕਾਲਾ ਦਿਨ ਆ ਭਾਰਤ ਲਈ। ਇਦਾਂ ਦੇ ਬਹੁਤ ਹੋ ਰਹੇ ਜਿਹੜੇ ਕਹਿੰਦੇ ਹੋਰ ਨਹੀਂ ਆ ਰਹੇ ਹੋਣਗੇ। ਇਹ ਤਾਂ ਇੱਕ ਮੀਡੀਆ ਦੇ ਵਿੱਚ ਆ ਗਿਆ। ਚਲੋ ਕੁੜੀ ਨੇ, ਕਿਸੇ ਨੇ, ਜਿਹੜੀ ਉਹ ਤੋਂ ਸੀਗੀ ਰਿਪੋਰਟਰ, ਉਹਨੇ ਫਿਲਮ ਬਣਾ ਲਈ। ਜੇ ਉਹ ਮੂਵੀ ਨਾ ਬਣਾਉਂਦੀ ਤਾਂ ਇਹ ਵੀ ਨਹੀਂ ਆਉਣਾ ਸੀ ਭਾਜੀ। ਸੋ ਇਹ ਬਿਲਕੁਲ ਦਲੇਰੀ ਆ ਬਣਨੀ ਇਹਨਾਂ ਨੂੰ। ਸਾਡੀਆਂ ਧੀਆਂ ਭੈਣਾਂ ਦੀ ਰੱਖਿਆ ਵਾਸਤੇ ਵੀ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਆ। ਇਸਤਰੀ ਵਿੰਗ, ਵੂਮਨ ਵਿੰਗ, ਜਿਹੜੇ ਬਹੁਤ ਸਾਰੇ ਪਾਰਟੀ ਲੈਵਲ ਤੇ ਬਣਾਏ ਹੋਏ ਆ, ਆਪਣੇ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਉੱਠ ਕੇ ਇਹਨਾਂ ਨੂੰ ਇੱਥੇ ਇਕੱਠੇ ਹੋ ਕੇ ਘੱਟੋ ਘੱਟ ਕੋਈ ਆਵਾਜ਼ ਤਾਂ ਬੁਲੰਦ ਕਰੇ ਮਾੜੀ ਮੋਟੀ। ਸੱਚ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਪਾਰਟੀਆਂ ਤੋਂ ਉੱਪਰ ਉੱਠ ਕੇ ਜਿਹੜੀ ਗੱਲ ਆ ਉੱਪਰ ਉਹ ਉੱਠ ਸੱਚ ਕੇ, ਦੀ ਕਰਨੀ ਹਾਂਜੀ। ਚਾਹੀਦੀ ਆ। ਤੇ ਹੁਣ ਅਸੀਂ ਇਸੇ ਤਾਂ ਤੱਕ ਇਹੀ ਭਾਜੀ ਅਗਰ ਗੱਲ, ਭਾਜੀ ਆਪਾਂ ਤਾਂ ਇਹੀ ਹੋਕਾ ਦੇ ਸਕਦੇ ਹਾਂ ਵੀ ਜਿੰਨੀਆਂ ਇਸਤਰੀਆਂ ਸਭਾਵਾਂ ਬਾਹਰ ਵੀ ਆ, ਇੰਗਲੈਂਡ, ਕੈਨੇਡਾ ਚ ਕਿਤੇ ਵੀ ਆ, ਤੁਸੀਂ ਜੁੜੇ ਹੋਏ ਆ ਇਨਸਾਨੀਅਤ ਦਾ, ਕਿਤੇ ਵੀ ਦਰਿੰਦਗੀ, ਇੰਨਾ ਬੁਰਾ ਹਾਲ, ਏਦਾਂ ਦੇ ਬੰਦਿਆਂ ਨੂੰ ਵਿਦਿਨ 24 ਆਵਰ ਭਾਜੀ ਹੈਂਗ ਕਰ ਦੇਣਾ ਚਾਹੀਦਾ। ਬਿਲਕੁਲ ਇਹ ਤਾਂ ਮਤਲਬ ਕੁੱਤਿਆਂ ਨੂੰ ਵੀ ਬਿਲਕੁਲ। ਭੈੜੇ ਆ ਬੰਦੇ ਇਹ। ਹਾਂਜੀ ਬਾਕੀ ਜਿਹੜੀ ਰਹੀ ਇਨਸਾਫ ਦੀ ਗੱਲ, ਤਾਂ ਮੈਂ ਹੁਣ ਕੱਲ ਸੁਣਦਾ ਪਿਆ ਸੀਗਾ, ਜਿਹੜੇ ਆਪਣੇ ਕਿਸਾਨ ਮੋਰਚਾ ਹੈਗਾ ਆ ਪੰਜਾਬ ਵਿੱਚ ਲਗਾਤਾਰ ਚੱਲ ਰਿਹਾ ਹੈ, ਤੇ ਜਿਹੜੇ ਹੁਣ ਨਾਲ ਪੰਜਾਬ ਦੇ ਕਲਾਕਾਰ ਜੁੜੇ ਨੇ, ਉਹਨਾਂ ਦੀ ਕੱਲ ਮੈਂ ਇੱਕ ਸਪੀਚ ਸੁਣ ਰਿਹਾ ਸੀ। ਉਹ ਕਹਿੰਦੇ ਵੀ ਸਾਨੂੰ, ਅਸੀਂ ਜਾਵਾਂਗੇ ਕੋਰਟ ਦੇ ਵਿੱਚ, ਮਗਰ ਸਾਨੂੰ ਪਹਿਲਾਂ ਹੀ ਪਤਾ ਆ ਕਿ ਸਾਨੂੰ ਇਨਸਾਫ ਉਹ ਤੋਂ ਨਹੀਂ ਮਿਲਣਾ। ਬਿਲਕੁਲ ਬਟ ਫਿਰ ਵੀ ਕਹਿੰਦੇ ਵੀ ਬਿਲਕੁਲ। ਕਹਿੰਦੇ ਫਿਰ ਵੀ ਅਸੀਂ ਇੱਕ ਪ੍ਰੋਸੈਸ ਹੈਗਾ ਆ, ਉਹ ਫੋਲੋ ਕਰਾਂਗੇ। ਕੋਈ ਪਤਾ ਨਹੀਂ ਹੁੰਦਾ ਕਿੱਦਾਂ ਦੀ ਰੂਹ ਬੈਠੀ ਹੈ, ਕੋਈ ਸ਼ਾਇਦ ਦੇ ਦੇਵੇ, ਬਟ ਉੱਦਾਂ ਸਾਨੂੰ ਉਮੀਦ ਆ ਕਿ ਵੀ 100% ਜਾਂ 99.9% ਹੈ ਕਿ ਸਾਨੂੰ ਉੱਥੋਂ ਇਨਸਾਫ ਨਹੀਂ ਮਿਲਣਾ। ਤਾਂ ਇੱਥੇ ਸਾਨੂੰ ਜੰਗ ਹੀ ਲੜਨੀ ਪੈਣੀ ਆ, ਇਹ ਮੁਜ਼ਾਹਰੇ ਹੀ ਕਰਨੇ ਪੈਣੇ ਆ, ਔਰ ਇਹ ਕਮਰਿਆਂ 'ਚ ਬੈਠ ਕੇ ਏਦਾਂ ਗੱਲਬਾਤ ਨਹੀਂ ਬਣਨੀ। ਬਕਾਇਦਾ ਜਿਹੜੇ ਪੰਜਾਬ ਦੀ ਗੱਲ ਕਰ ਰਹੇ ਨੇ, ਬਿਲਕੁਲ ਅਸੀਂ ਇਹੀ ਕਵਾਂਗੇ ਕਿ ਵੀ ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰਦਾ, ਅਸੀਂ ਉਹਦੇ ਨਾਲ ਹੈ, ਔਰ ਅਸੀਂ ਉਹਨੂੰ ਐਪਰੀਸ਼ੀਏਟ ਕਰਦੇ ਹਾਂ ਬਿਲਕੁਲ ਕਿ ਉਹ ਪੰਜਾਬ ਦੀ ਗੱਲ ਕਰ ਰਹੇ ਨੇ। ਔਰ ਦੂਜੇ ਪਾਸੇ ਸਾਡੀ ਸਿਆਸੀ ਪਾਰਟੀਆਂ ਨੇ, ਜਿਹਦੇ ਵਿੱਚ ਅਕਾਲੀ ਦਲ ਲੈ ਲਓ, ਅਕਾਲੀ ਦਲ ਆਪਣੀ ਰੈਲੀ ਕਰ ਰਹੀ ਹੈ, ਉਹਨੇ ਪਾਰਟੀ ਦੇ ਆਪਣੇ ਹੀ 3 ਜਾਣੇ ਦੀ ਪਰਿਵਾਰ ਦੇ ਬੰਦਿਆਂ ਦੀ ਫੋਟੋ ਲਾਈ ਹੈ ਉੱਥੇ ਪੋਸਟਰਾਂ ਦੇ ਉੱਤੇ। ਮਤਲਬ ਹਾਂਜੀ ਕਿਸੇ ਹੋਰ ਕਿਸਾਨ ਦੀ ਨਹੀਂ ਫੋਟੋ, ਕਿ ਕਿਸਾਨਾਂ ਦੇ ਪੱਖ ਤੇ ਤੁਸੀਂ ਮਾਰਚ ਕੱਢ ਰਹੇ ਹੋ, ਰੈਲੀ ਕੱਢ ਰਹੇ ਹੋ। ਕਹਿੰਦੇ 3 ਤਖ਼ਤਾਂ ਤੋਂ ਤੁਸੀਂ ਚੰਡੀਗੜ੍ਹ ਤੱਕ ਸਕੂਟਰ ਰੈਲੀ ਜਾਂ ਉਹ ਕਿਤੇ ਟਰੈਕਟਰ ਰੈਲੀ ਕੱਢਣੀ ਆ, ਮਗਰ ਤੁਸੀਂ ਫੋਟਾਂ ਜਿਹੜੀਆਂ ਲਾ ਰਹੇ ਹੋ ਉਹਦੇ ਵਿੱਚ ਕਿਤੇ ਕਿਸਾਨੀ ਦੀ ਕੋਈ ਗੱਲ ਨਹੀਂ। ਉੱਥੇ ਤੁਸੀਂ ਸਿਰਫ ਇੱਕ ਪਰਿਵਾਰ ਦੀ, 3 ਜਾਣੇ ਦੀ, ਆਪਣੀ ਤ੍ਰਿਮੂਰਤੀ ਦੀ ਫੋਟੋ ਲਾਈ ਹੈ। ਵੱਡੇ ਬਾਦਲ ਸਾਹਿਬ, ਛੋਟੇ ਬਾਦਲ ਤੇ ਬੀਬਾ ਬਾਦਲ, ਤਾਂ 3 ਜਾਣੇ ਦੀਆਂ ਫੋਟੋ ਲਾਈਆਂ ਨੇ, ਤਾਂ ਬਾਕੀ ਸਾਰਿਆਂ ਨੂੰ ਬਾਦਲ ਕਰ ਦਿੱਤਾ ਆ। ਇਹ ਕੀ ਹੋ ਕੀ ਰਿਹਾ ਹੈ ਕਿ ਪਾਰਟੀ ਇਹਦੇ ਵਿੱਚ ਕੋਈ ਉੱਥੇ ਵੀ ਡੈਮੋਕ੍ਰੇਸੀ ਦੇ ਨਾਂ ਤੇ ਕੁਝ ਵੀ ਨਹੀਂ ਬਚਿਆ
ਕਿ ਸਿਰਫ ਇੱਕ ਪਰਿਵਾਰ ਦੇ ਨਾਂ ਤੇ ਕਬਜ਼ਾ ਲੋਕੀ ਕਹਿ ਰਹੇ ਨੇ, ਬਟ ਹੁਣ ਤਾਂ ਪੋਸਟਰ ਤੋਂ ਵੀ ਉਹਨਾਂ ਨੇ ਬੰਦੇ ਜਿਹੜੇ ਨੇ ਕੋਈ ਆਲੇ-ਦੁਆਲੇ ਵਾਲਾ ਉਹ ਵੀ ਚੱਕਣਾ ਸ਼ੁਰੂ ਕਰ ਦਿੱਤਾ ਭਾਜੀ। ਹਾਂਜੀ, ਉਹ ਭਾਜੀ ਗੱਲ ਤਾਂ ਉਹੀ ਆ, ਉਹਨਾਂ ਤੋਂ ਸਿੱਖ ਕੇ, ਉਹਨਾਂ ਨਾਲ ਰਹਿ ਕੇ ਉੱਦਾਂ ਦੀ ਮੱਤ ਆ ਜਾਂਦੀ ਆ। ਜਦੋਂ ਆਪਾਂ ਸ਼੍ਰੋਮਣੀ ਕਮੇਟੀ 'ਚ ਵੀ ਦੇਖਦੇ ਆ, ਇਹ ਵੀ ਤਾਂ ਫੈਸਲੇ ਆਪਣੀ ਮਰਜ਼ੀ ਨਾਲ ਕਰਕੇ ਲੈ ਆਉਂਦੇ ਪਹਿਲਾਂ ਹੀ। ਹੁਣ ਵੀ ਜਿਹੜਾ ਹੂੰ, ਤੁਸੀਂ ਕਹਿ ਰਹੇ ਆ, ਇਹਨਾਂ ਨੇ ਉੱਥੋਂ ਦੇਖਿਆ ਵੀ ਪਹਿਲਾਂ ਤਾਂ ਅੱਗੇ ਦਿੱਲੀ ਤੱਕ ਵੱਧ ਗਏ, ਬਈ ਸਾਰਾ ਜੀ ਠੀਕ ਆ ਜੀ। ਪ੍ਰੀਵੀਅਸਲੀ ਉਹਨਾਂ ਨੇ ਦੇ ਸੈਡ ਉਹਨਾਂ ਨੇ ਇਹ ਕਿਹਾ ਪੰਜਾਬੀ 'ਚ ਮੈਂ ਵੀ ਸਾਰਾ ਵੀ ਮਿਕਸ ਅਪ ਹੋ ਜਾਂਦਾ। ਵੀ ਇਹ ਜੀ ਪਹਿਲਾਂ ਕਿਹਾ ਜੀ ਬਿੱਲ ਬਹੁਤ ਵਧੀਆ ਹੈਗੇ ਆ, ਬਹੁਤ ਸਾਰੇ ਆ ਔਰ ਸਾਰਾ ਕੁਝ ਬਣਿਆ, ਗੋਡਾਊਨ ਉਹਨਾਂ ਦੇ ਬਣੇ ਹੋਏ ਆ, ਜਿਹੜੇ ਉਹਨਾਂ ਦੇ ਸਟੋਰ ਬਣੇ ਹੋਏ। ਪਹਿਲਾਂ ਇਹਨਾਂ ਨੇ ਜੈਸ ਕੀਤੀ ਆ, ਸਾਰਾ ਕੁਝ ਦਿੱਤਾ, ਬਿਨਾਂ ਹੀ ਸਟੈਂਪਾਂ ਤੋਂ, ਬਿਨਾਂ ਹੀ ਖਰਚਿਆਂ ਤੋਂ ਬਣਾ ਚੁੱਕੇ ਹੋ ਆ। ਇਹਨਾਂ ਨੂੰ ਐਵਰੀਬਾਡੀ ਦੇ ਨੋਜ਼। ਬਟ ਹੁਣ ਉਹ ਜਾ ਕੇ ਦੇਖਿਆ ਵੀ ਡਿਫੈਂਸਿਵ ਪਿੱਛੋਂ ਤਾਂ ਲੋਕਾਂ ਨੇ ਵੋਟ ਹੀ ਨਹੀਂ ਰਹਿਣੀ ਪਿੰਡਾਂ ਦੇ ਵਿੱਚ। ਜਦੋਂ ਇੱਧਰੋਂ ਮੂਵਮੈਂਟ ਦੇਖੀ ਕਿਸਾਨਾਂ ਦੀ, ਤਾਂ ਮੈਂ ਤਾਂ ਕਹੂੰਗਾ ਹੂੰ, ਜਿੱਦਾਂ ਮੈਂ ਕੱਲ ਦੀ ਫੇਰ ਦੱਸਦਾ ਸੌਕਰ ਦੀ, ਆਪਾਂ ਇਹ ਹੁਣ ਕੰਟੀਨਿਊ, ਜਦ ਮੋਰਚਾ ਕੰਟੀਨਿਊ ਰਹਿਣਾ, ਆਪਾਂ ਇਹ ਖਬਰ ਵੀ ਕੰਟੀਨਿਊ ਮੇਰੇ ਖਿਆਲ ਰੱਖਾਂਗੇ। ਸਾਡੇ ਜਿਹੜੇ ਸੁਣਨ ਬਿਲਕੁਲ। ਵਾਲੇ ਸੱਜਣ ਆ, ਉਹ ਵੀ ਫੀਡਬੈਕ ਦੇ ਦਿਆ ਕਰੋ ਜੇ ਕੋਈ ਵਿਚਾਰ ਆਉਂਦਾ। ਵੀ ਇਹ ਭਾਜੀ ਉਹਨਾਂ ਨੇ ਵੀ ਇਹ ਡਿਫੈਂਸਿਵ ਹੀ ਦੇਖਿਆ, ਕੱਲਾ ਅਕਾਲੀ ਦਲ ਨੂੰ, ਬਾਦਲ ਨੂੰ ਡਿਫੈਂਸ ਕਰਨ ਲਈ ਆ। ਦੂਜੀ ਹੂੰ, ਭਾਜੀ ਇੱਕ ਗੱਲ ਜਿਹੜੀ ਆ ਵੀ ਜਿਹੜੇ ਚੰਡੀਗੜ੍ਹ ਉਹਨਾਂ ਨੇ ਬੈਰੀਅਰ ਬੰਦ ਕਰ ਲਏ ਆਪਸ ਵਿੱਚ ਹੀ, ਕਾਂਗਰਸ, ਅਕਾਲੀ ਦਲ ਤੇ ਹੂੰ, ਆਮ ਆਦਮੀ ਪਾਰਟੀ ਇਹ ਇੱਧਰ ਲੱਗੇ ਹੋਏ ਡਿਫੈਂਸਿਵ। ਕਿਸਾਨਾਂ ਨੂੰ, ਹੂੰ, ਵਿਚਾਰਿਆਂ ਨੂੰ ਕੋਈ ਸਾਥ ਦੇ ਨਹੀਂ ਰਿਹਾ। ਜੇ ਅਸਲੀਅਤ ਤੌਰ ਤੇ ਉਹਨਾਂ ਦੀ ਜ਼ਮੀਰੀ ਤੌਰ ਤੇ ਜ਼ਮੀਰ ਜਾਗਦੀ ਹੋਵੇ ਦੇਖੀ ਜਾਵੇ, ਤਾਂ ਅੰਦਰੋਂ ਕਿਸਾਨੀ ਦੇ ਨਾਲ ਇਹ ਕੁਛ ਨਹੀਂ ਹੂੰ, ਹੈਗੇ। ਇਹ ਤਾਂ ਇਹ ਵੀ ਕੈਪੀਟਲਿਸਟ ਹੀ ਆ, ਦਿਸ ਰਿਹਾ, ਇਹ ਦਿਖਾਵਾ ਕਰ ਰਿਹਾ ਆਪਣਾ ਸਾਰਾ। ਤੇ ਚੰਡੀਗੜ੍ਹ ਬਿਲ ਬੈਰੀਅਰ ਜਿਹੜੇ ਸੀਜ਼ ਕਰਕੇ, ਉੱਥੋਂ ਸਾਡੇ ਬੰਦਿਆਂ ਨੇ ਆਪਣਿਆਂ ਨੂੰ ਦੱਸਿਆ, ਜਿਹੜੇ ਰੋਜ਼ ਦੇਖਦੇ ਵੀ ਪ੍ਰੋਗਰਾਮ ਡੇਰਾਬੱਸੀ ਤੋਂ, ਤੇ ਭੈਣ ਜੀ ਹੂੰ, ਰੁਪਿੰਦਰ ਕੌਰ ਜੀ ਹੁਣੀ ਆ, ਉਹਨਾਂ ਦੇ ਸਾਰੇ ਘਰ ਦੇ ਵੀ ਭਾਜੀ ਗੁਰਦੀਪ ਸਿੰਘ ਹੁਣੀ ਸਾਰੇ ਦੇਖਦੇ ਹੁੰਦੇ ਚੰਡੀਗੜ੍ਹ ਤੋਂ। ਉਹ ਕਹਿੰਦੇ ਵੀ ਹੂੰ, ਇਹਨਾਂ ਨੇ ਬੈਰੀਅਰ ਲਾ ਕੇ ਪਹਿਲਾਂ ਹੀ ਹੁਣ ਸੀਜ਼ ਕਰਤੇ। ਪਹਿਲਾਂ ਉਹਨਾਂ ਨੇ ਮੋਹਾਲੀ ਜਾਣਾ ਸੀ, ਉਹ ਏਦਾਂ ਦੇ ਕੰਮ ਨੂੰ ਹੁਣ ਬੈਰੀਅਰ ਤੋੜ ਲਊਗੇ, ਆਹ ਕਰ ਲਊਗੇ, ਏਦਾਂ ਦੇ ਡਰਾਮੇ ਆਪਸ ਵਿੱਚ ਹੀ। ਕਾਂਗਰਸ ਅਕਾਲੀ ਦਲ ਦੀ ਲੜਾਈ ਆ ਵੋਟਾਂ ਦੀ। ਕਿਸਾਨ ਕਿੱਥੇ ਗਿਆ ਉਹਦਾ ਇਹਨਾਂ ਨੂੰ ਨਹੀਂ ਪਤਾ ਹੈਗਾ ਨਾ, ਕਿਸਾਨਾਂ ਦੇ ਬਾਰੇ ਇਹਨਾਂ ਹੂੰ, ਨੂੰ ਕੁਛ ਨਹੀਂ ਪਤਾ। ਇਸੇ ਕਰਕੇ ਅਸੀਂ ਉਹ ਮੁੰਡਿਆਂ ਦੀ ਅਰਦਾਸ ਕਰਦੇ ਹਾਂ, ਉਹਨਾਂ ਵਾਸਤੇ, ਕਿਸਾਨਾਂ ਲਈ ਅਰਦਾਸ ਕਰਦੇ ਹਾਂ ਵੀ ਤੁਸੀਂ ਤਾਲਮੇਲ ਬਣਾ ਕੇ ਆਪਣਾ ਮੋਰਚਾ ਜਾਰੀ ਰੱਖੋ। ਇੱਕ ਭਾਜੀ ਤੁਸੀਂ ਕਹਿ ਰਹੇ ਸੀ, ਤੁਹਾਨੂੰ ਇਹ ਵੀ ਲੱਗ ਰਿਹਾ ਸੀ ਵੀ ਜਿਹੜੀਆਂ ਬਾਕੀ ਪੰਥਕ ਜਥੇਬੰਦੀਆਂ, ਜਦ ਕਿਸਾਨਾਂ ਦੀ ਗੱਲ ਹੋ ਰਹੀ ਆ, ਪੰਜਾਬ ਦੀ ਗੱਲ ਹੋ ਰਹੀ ਆ, ਉਹ ਨਹੀਂ ਦਿਸ ਰਹੀਆਂ ਭਾਜੀ, ਇਹ ਕੀ ਚੱਕਰ ਹੈ? ਭਾਜੀ ਇਹੀ ਇੱਕ ਮੈਨੂੰ ਲੱਗਦਾ ਕਿ ਕਮੀ ਵੀ ਆ, ਤੇ ਜਿਹੜੀ ਥੋੜ੍ਹੀ ਜਿਹੀ ਨੋਟਿਸ ਕਰਨ ਵਾਲੀ ਚੀਜ਼ ਹੈਗੀ ਇੱਥੇ, ਕਿ ਕੁਛ ਦਿਨ ਪਹਿਲਾਂ ਆਪਾਂ ਦਰਬਾਰ ਸਾਹਿਬ ਤੋਂ ਜਿਹੜਾ ਮੋਰਚਾ ਚੱਲ ਰਿਹਾ ਸੀਗਾ, ਜੀ। ਪੰਥਕ ਜਥੇਬੰਦੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਆ, ਜਾਂ ਧਾਰਮਿਕ ਹਾਂਜੀ। ਜਥੇਬੰਦੀਆਂ ਕਹਿੰਦੇ ਆ, ਉਥੋਂ ਖੁੱਲ ਕੇ ਆਈਆਂ, ਸਾਰਿਆਂ ਨੇ ਦੇਖਿਆ। ਹਾਂਜੀ। ਮਗਰ ਜਦੋਂ ਕਿਸਾਨ ਮੋਰਚਾ ਆ, ਉੱਥੇ ਮਤਲਬ ਕਿ ਬਹੁਤ ਵੱਡੇ ਤਾਦਾਦ ਵਿੱਚ ਸ਼ਮੂਲੀਅਤ ਨਹੀਂ ਦੇਖੀ, ਇੱਕਾ-ਦੁੱਕਾ ਕਰਕੇ ਬੰਦੇ ਆਏ, ਮਗਰ ਓਪਨਲੀ ਜਿਹੜੀ ਸ਼ਮੂਲੀਅਤ ਹੈਗੀ, ਉਹ ਨਜ਼ਰ ਨਹੀਂ ਆਈ ਪੰਥਕ ਜਾਂ ਧਾਰਮਿਕ ਜਥੇਬੰਦੀਆਂ ਦੀ, ਜਿਨ੍ਹਾਂ ਨੇ ਜਿਹੜੇ ਆਪਣਾ ਨੂੰ ਲੀਡਰ ਕਹਿੰਦੇ ਨੇ। ਤਾਂ ਮੈਨੂੰ ਕਾਰਨ ਉਹਦਾ ਐਗਜ਼ੈਕਟ ਨਹੀਂ ਲੱਗਦਾ ਕਿ ਹੋ ਕੀ ਰਿਹਾ ਆ। ਇਹ ਬਿਲਕੁਲ ਉਹਨਾਂ ਨੂੰ ਸਾਥ ਦੇਣਾ ਸ਼ਾਇਦ ਚਾਹੀਦਾ ਜੀ, ਸ਼ਾਇਦ ਪਾਰਟੀਆਂ ਤੋਂ ਉੱਪਰ ਸ਼ਾਇਦ ਉੱਠ ਕੇ। ਬਿਲਕੁਲ ਜੀ, ਉਹ ਤਾਂ ਆਪਾਂ ਕਹਿੰਦੇ ਆ ਦੇਣਾ ਚਾਹੀਦਾ, ਬਟ ਕਿਤੇ ਨਾ ਕਿਤੇ ਮੈਨੂੰ ਇਹ ਕਾਰਨ ਲੱਗ ਰਿਹਾ ਕਿ ਹਰ ਬੰਦਾ ਆਪਣੇ ਆਪ ਦੇ ਵਿੱਚ ਲੀਡਰ ਤੇ ਜਥੇਦਾਰ ਬਣਿਆ ਹੋਇਆ ਆ, ਔਰ ਉਹ ਕਿਸੇ ਦੇ ਸ਼ੈਡੋ ਦੇ ਅੰਦਰ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ। ਉਹ ਚਾਹੁੰਦਾ ਆ ਕਿ ਜੇ ਮੈਂ ਕਰਾਂ, ਮੇਰੇ ਨਾਲ ਲੋਕ ਜੁੜਨ, ਮੈਂ ਕਿਸੇ ਦੇ ਮੁੱਦੇ ਦੇ ਨਾਲ ਨਹੀਂ ਜੁੜਨਾ। ਬਿਲਕੁਲ। ਜੇ ਅੱਜ ਕੋਈ ਬੰਦਾ ਆਪਣਾ ਮੋਰਚਾ ਲੈ ਕੇ ਕਿਤੇ ਲਾ ਲੈਂਦਾ ਆ, ਉਹ ਚਾਹੁੰਦਾ ਕਿ ਸਾਰੇ ਲੋਕੀ ਆ ਕੇ ਉੱਥੇ ਜੁੜ ਜਾਣ, ਬਟ ਜਿਹੜੀ ਚੱਲ ਰਹੀ ਚੀਜ਼ ਆ ਉਹ 'ਚ ਨਾ ਜੁੜਾਂ, ਕਿਉਂਕਿ ਉਹਦੇ ਵਿੱਚ ਕੋਈ ਹੋਰ ਬੰਦਾ ਹਾਈਲਾਈਟ ਹੋ ਰਿਹਾ, ਮੈਂ ਸ਼ਾਇਦ ਉੱਥੇ ਸਟੇਜ ਦੇ ਬੈਕ ਤੇ ਹੋਵਾਂ। ਈਗੋ ਔਰ ਹਰਟ। ਇਹੀ ਚੀਜ਼ ਮੈਂ ਕੁਛ ਸੋਸ਼ਲ ਮੀਡੀਆ ਤੇ ਵੀ ਦੇਖੀਆਂ ਕਿ ਕੁਛ ਖਾਲਿਸਤਾਨੀ ਧਿਰਾਂ, ਪਹਿਲਾਂ ਤਾਂ ਚਲੋ ਇੱਕਾ-ਦੁੱਕਾ ਕਹਿੰਦੀਆਂ ਹੁੰਦੀਆਂ ਸੀਗੀਆਂ, ਮਾੜੀ-ਮੋਟੀ ਇੱਧਰ ਗੱਲ ਹੁੰਦੇ ਨੇ, ਬਟ ਹੁਣ ਓਪਨਲੀ ਕੁਛ ਖਾਲਿਸਤਾਨੀ ਧਿਰਾਂ ਨਾਲ ਜੁੜੇ ਬੰਦੇ ਸਰੇਆਮ, ਜਿਹੜੇ ਆਪਣੇ ਕਲਾਕਾਰ ਨੇ ਪੰਜਾਬ ਦੇ, ਜਾਂ ਫਿਰ ਜਿਹੜੇ ਕਿਸਾਨ ਨੇ, ਉਹਨਾਂ ਨੂੰ ਕ੍ਰਿਟੀਸਾਈਜ਼ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਆ। ਦੈਟਸ ਰੋਂਗ, ਇਹ ਔਰ ਵੀ ਔਰ ਗਲਤ ਆ। ਹੁੰਦੇ ਵੀ ਬੜੇ ਸਟੂਪਿਡ ਜਿਹੇ ਚੱਕ ਰਹੇ, ਮੈਂ ਮਾਫ਼ੀ ਚਾਹੁੰਦਾ ਆਪਣੇ ਸ਼ਬਦਾਂ ਦੇ ਲਈ, ਬਟ ਮੇਰੀ ਇਹ ਐਨਾਲਾਈਸਿਸ ਹੈਗੀ ਆ ਕਿ ਸਟੂਪਿਡ ਜਿਹੇ ਮੁੱਦੇ ਚੱਕ ਰਹੇ ਨੇ ਜੀ, ਕਿ ਜਦੋਂ ਖਾਲਿਸਤਾਨ ਦੇ ਸਵਾਲ ਪੁੱਛਿਆ, ਫਲਾਣੇ ਨੇ ਐਂ ਕਹਿ ਦਿੱਤਾ, ਉਹਨੇ ਐਂ ਕਰਕੇ ਗੱਲ ਤੋਰਤੀ। ਹੁਣ ਮੈਂ ਉੱਥੇ ਉਹਨਾਂ ਧਿਰਾਂ ਨੂੰ ਪੁੱਛਣਾ ਚਾਹੂੰਗਾ ਕਿ ਤੁਸੀਂ ਕੀ ਚਾਹੁੰਦੇ ਹੋ? ਤੁਹਾਡਾ ਕੀ ਹੈ? ਤੁਹਾਡੀ ਕੀ ਯੋਗਦਾਨ ਹੈ? ਤੁਹਾਡੀ ਕੀ ਦੇਣ ਹੈ ਇਸ ਮੁੱਦੇ ਨੂੰ ਲੈ ਕੇ, ਖਾਲਿਸਤਾਨ ਨੂੰ ਦੇਖੋ ਲੈ ਕੇ? ਉਹੀ ਬਿਲਕੁਲ, ਬਿਲਕੁਲ। ਇੱਕ ਪਾਸੇ ਤਾਂ ਅੰਨਦਾਤਾ ਕਹਿੰਦੇ ਆ ਆਪਾਂ, ਅੰਨਦਾਤਾ ਹਾਂ, ਉਦਾਂ ਹੀ ਕਹਿਣ ਨੂੰ ਕਹਿ ਦਿੰਦੇ ਆ, ਰਿਅਲਾਈਜ਼ ਫੀਲਿੰਗਸ ਉਹਦੀਆਂ ਕਿਸੇ ਨੂੰ ਨਹੀਂ ਬਿਲਕੁਲ, ਹੈਗੀਆਂ। ਉਹ ਕਹਿੰਦੇ ਇਹ ਧੁੱਪੇ ਮਰੇ, ਇਹ ਕਰੇ, ਠੀਕ ਆ। ਅਸੀਂ ਤਾਂ ਬਿਲਕੁਲ। ਆਪਣੀ ਪਾਰਟੀ ਨੂੰ ਬਚਾ ਲਈਏ, ਜਿੱਦਾਂ ਤੁਸੀਂ ਕਹਿ ਰਹੇ ਆ, ਕਿਉਂਕਿ ਆਪਣੇ ਉਹ ਆਪਣੇ ਦਲਾਂ ਨੂੰ ਬਚਾਉਣ ਤੇ ਲੱਗੇ ਹੋ ਆ ਥੋੜ੍ਹੇ ਥੋੜ੍ਹਿਆਂ ਨੂੰ। ਕਿਉਂਕਿ ਇਹਨਾਂ ਦੇ ਉਹਨਾਂ ਨੂੰ ਨਾਲ ਇਹ ਖੜਨਾ ਚਾਹੀਦਾ।
ਜੇ ਯੂਥ ਬਿਲਕੁਲ। ਇਕੱਠਾ ਹੋਇਆ, ਸਾਰਾ ਇਕੱਠਾ ਹੋਇਆ, ਬਿਲਕੁਲ ਹਾਂਜੀ, ਹਾਂਜੀ। ਦੱਸੋ, ਹਾਂਜੀ। ਨਹੀਂ ਕਿਤੇ ਉਹਨਾਂ ਨੂੰ ਇਹ ਨਾ ਲੱਗਦਾ ਹੋਵੇ ਕਿ ਬਈ ਸਾਡਾ ਮੁੱਦਾ ਜੇ ਸਾਡੀ ਪਲੇਟ 'ਚੋਂ ਰੋਟੀ ਇਹਨਾਂ ਨੇ ਚੱਕ ਲਈ, ਬਈ ਸਾਡੇ ਕੋਲ ਕੀ ਬਚੂਗਾ? ਕਿ ਬਈ ਜੇ ਇਹਨਾਂ ਨੇ ਬਿਲਕੁਲ, ਚੱਕ ਲਈ ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਕਲਾਕਾਰ ਜਿਹੜੇ ਨੇ ਨਾ ਭਾਜੀ, ਆਪਾਂ ਪਹਿਲਾਂ ਵੀ ਗੱਲ ਕੀਤੀ, ਉਹ ਸਰੇਆਮ ਪੰਜਾਬ ਦੀ ਗੱਲ ਕਰ ਰਹੇ ਨੇ। ਔਰ ਉਹ ਬਿਲਕੁਲ। ਖਾਲਿਸਤਾਨ ਦੇ ਮੁੱਦੇ ਤੇ ਵੀ ਓਪਨਲੀ ਬੋਲ ਰਹੇ ਨੇ ਕਿ ਵੀ ਹਾਂਜੀ ਪੰਜਾਬ ਦੇ ਨਾਲ ਧੱਕਾ ਹੋਇਆ, ਪੰਜਾਬ ਦੇ ਮੁੱਦੇ, ਔਰ ਖਾਲਿਸਤਾਨ ਇਸ ਦਾ ਪੰਜਾਬ ਦਾ ਮੁੱਦਾ ਹੈਗਾ ਆ। ਮਗਰ ਹੁਣ ਇੱਥੇ ਹਰੇਕ ਦੀ ਪਰਸੈਪਸ਼ਨ ਵੱਖਰੀ ਹੈ। ਉਹ ਆਪਣੇ ਨਜ਼ਰੀਏ ਦੇ ਨਾਲੋਂ ਖਾਲਿਸਤਾਨ ਧਿਰਾਂ ਜਿਹੜੀਆਂ ਨੇ ਉਹ 50 ਧਿਰਾਂ ਹੋਣਗੀਆਂ, 25 ਧਿਰਾਂ ਹੋਣਗੀਆਂ, ਔਰ ਹਰ ਧਿਰ ਜਿਹੜੀ ਆ ਉਹਨਾਂ ਦਾ ਵੀ ਆਪਸ 'ਚ ਤਾਲਮੇਲ ਨਹੀਂ ਹੈਗਾ, ਇਹ ਵੀ ਸੋਚਣ ਵਾਲੀ ਗੱਲ ਹੈ। ਹਰ 25 ਗੱਲ ਧਿਰਾਂ ਪ੍ਰੋਬਲਮ ਜਿਹੜੀਆਂ ਨੇ ਐਵਰੀਵੇਅਰ ਸੇਮ ਹੀ, ਪ੍ਰੋਬਲਮ ਐਵਰੀਵੇਅਰ ਸੇਮ। ਬਟ ਇਹ ਇੱਕ ਹੁਣ ਗੱਲ ਇੱਕ ਚੰਗੀ ਹੋਈ ਆ, ਮੈਂ ਤੁਹਾਡੀ ਗੱਲ ਫੇਰ ਨਾਲ ਕਰਦੇ ਐਡ ਵੀ ਇੱਕ ਗੱਲ ਚੰਗੀ ਆ, ਜੇ ਯੂਥ ਇਕੱਠਾ ਹੋਇਆ ਪੰਜਾਬੀਅਤ ਲਈ, ਪੰਜਾਬ ਲਈ, ਕਿਸਾਨੀ ਲਈ, ਐਟ ਲੀਸਟ ਕਿਸੇ ਮੁੱਦੇ ਤੇ ਇਹਨਾਂ ਸਾਥ ਦਿਓ ਸਾਰੇ ਜਣੇ। ਬਿਲਕੁਲ, ਚਾਹੀਦਾ ਤੇ ਇਹ ਸੀਗਾ ਕਿ ਪੰਜਾਬ ਦੀ ਕੋਈ ਵੀ ਗੱਲ ਕਰਦਾ ਆ, ਹਰ ਬੰਦੇ ਨੂੰ ਡਿਸਪਾਈਟ ਆਫ ਉਹਦੀ ਸੰਸਥਾ, ਬਿਲਕੁਲ, ਜਥੇਬੰਦੀ, ਧਰਮ, ਕਿਰਪਾਨ ਉੱਪਰੋਂ ਦੀ ਪਾਈ ਹੈ, ਥੱਲਿਓਂ ਦੀ ਪਾਈ ਹੈ, ਦੁਮਾਲਾ ਬੰਨ੍ਹਦੇ ਹੋ, ਪੱਗ ਬੰਨ੍ਹਦੇ ਹੋ, ਪਰਨਾ ਬੰਨ੍ਹਦੇ ਹੋ, ਜਾਂ ਤੁਸੀਂ ਵਾਲ ਕੱਟੇ ਨੇ, ਹਰ ਬੰਦੇ ਨੂੰ ਉੱਥੇ ਖੜਨਾ ਚਾਹੀਦਾ। ਜੇ ਤੁਸੀਂ ਕੀ ਕਹਿੰਦੇ ਆ, ਕਿਸੇ ਹੋਰ ਧਰਮ ਦੇ ਵੀ ਹੈਗੇ ਹੋ, ਭਾਵੇਂ ਹਿੰਦੂ, ਮੁਸਲਿਮ, ਈਸਾਈ, ਜੋ ਵੀ ਤੁਸੀਂ ਰਹਿੰਦੇ ਹੋ, ਮੁੱਦੇ ਪੰਜਾਬ ਦੇ ਨੇ, ਤੁਹਾਨੂੰ ਪੰਜਾਬ ਦੇ ਮੁੱਦੇ ਲਈ ਖੜਨਾ ਪਗੜੀ ਪੈਣਾ ਆ। ਦੀ ਭਾਜੀ, ਪਗੜੀ ਕਿਹਾ ਨਾ, ਲਿਖਿਆ ਪਗੜੀ ਦੀ ਗੱਲ ਹੋ ਰਹੀ ਆ, ਪਗੜੀ ਸੰਭਾਲ ਜੱਟਾਂ ਦੀ ਗੱਲ ਹੋ ਰਹੀ ਆ। ਬਿਲਕੁਲ, ਜੇ ਹੁਣ ਬਿਲਕੁਲ। ਬਣਾ ਖੜੇ ਫੇਰ ਕਿੱਥੇ ਖੜੂਗੇ, ਕੀ ਕਰੂਗੇ, ਮਤਲਬ ਇਹ ਕਿ ਹਾਂ, ਹੋਰ ਕੀ ਜੇ ਬਣਨਾ ਜੇ ਜੇ ਇੱਥੋਂ ਤੱਕ ਖਤਮ ਹੋ ਗਿਆ। ਜੇ ਇਹੀ ਕਹਿਣਾ ਕਿ ਭਾਈ ਮੇਰੀ ਚੱਲੇ, ਫੇਰ ਤਾਂ ਪਾਜੀ ਇਹ ਦੇਖੋ, ਗੁਰੂ ਸਾਹਿਬ ਨੇ ਸਿੱਖ ਨੂੰ ਜਦੋਂ ਗੁਰਸਿੱਖ ਬਣਿਆ ਨਾ, ਸਿੱਖ ਆਪਣੇ ਫੈਸਲੇ ਆਪ ਕਰਦਾ, ਕਿਸੇ ਦੇ ਪਿੱਛੇ ਨਹੀਂ ਲੱਗਦਾ। ਬਿਲकुल, ਤਾਂ बिल्कुल ਫਿਰ सही ਜੇ है। ਅਸੀਂ ਅੱਜ ਕਹਿੰਦੇ ਭਾਈ ਇੰਨੇ ਕਰੋੜ ਸਿੱਖ ਨੇ, ਤਾਂ ਫਿਰ ਇੰਨੇ ਕਰੋੜ ਹੀ ਚੱਲਣਗੇ, ਫਿਰ ਤੁਸੀਂ ਇਕੱਠੇ ਨਹੀਂ ਚੱਲ ਸਕਦੇ। ਤੁਸੀਂ ਇਕੱਠੇ ਅਗਰ ਚੱਲਣਾ, ਇੱਕ ਦੂਜੇ ਬੰਦੇ ਪਿੱਛੇ ਕਿਸੇ ਨੇ ਨਹੀਂ ਲੱਗਣਾ। ਘੱਟ ਤੋਂ ਘੱਟ ਮੁੱਦੇ ਤੇ ਇਕੱਠੇ ਹੋਈਏ, ਮੁੱਦੇ ਤੇ ਲੱਗੀਏ। ਮਗਰ ਉੱਥੇ ਭਾਜੀ बिल्कुल, ਇਨਸਿਕਿਉਰਿਟੀ ਹੈ। ਨਹੀਂ ਹੁਣ ਇਹੀ ਗੱਲ ਹੈ ਨਾ ਕਿ 25 ਧਿਰਾਂ ਜੀ ਅਗਰ ਹੈਗੀਆਂ ਨੇ, ਇਹ ਕਿਸੇ ਇੱਕ ਮੁੱਦੇ ਨੂੰ ਲੈ ਕੇ, ਭਾਵੇਂ ਖਾਲਿਸਤਾਨੀ ਜਾਂ ਕੋਈ, ਇਕੱਠੀਆਂ ਕਿਉਂ ਨਹੀਂ ਹੁੰਦੀਆਂ? ਕਿਉਂਕਿ ਉਹਨਾਂ ਦੇ ਵਿਜ਼ਨ ਵੱਖਰਾ ਆ। ਉਹ ਵੱਖਰੇ ਤਰੀਕੇ ਨਾਲ ਦੇਖਦੇ ਨੇ। ਉਹ ਕਹਿੰਦੇ ਵੀ ਜੇ ਮੈਂ ਫਲਾਨੀਆਂ ਦੇ ਨਾਲ, ਫਲਾਣੇ ਦੇ ਨਾਲ ਖੜ ਗਿਆ, ਤਾਂ ਭਾਈ ਫਿਰ ਇਹਨੂੰ ਮੈਨੂੰ ਇਹ ਹਾਈਲਾਈਟ ਹੋ ਜਾਊਗਾ, ਤਾਂ ਮੇਰਾ ਮੁੱਦਾ ਪਿੱਛੇ ਰਹਿ ਜਾਊਗਾ। ਮੈਂ ਮਤਲਬ ਮੁੱਕਦੀ ਗੱਲ ਹੈ ਕਿ ਮੈਂ ਮੋਹਰੇ ਆ, ਜਿਹੜਾ ਮੁੱਦਾ ਆ ਉਹ ਪਿੱਛੇ ਆ। बिल्कुल, ਇਹ बिल्कुल ਗੱਲ हौमे ਸਮਝਣੀ मोरे ਪੈਣੀ हैं। ਹੈ। हुँ, ਬਿਲਕੁਲ, ਇਹ ਮੈਂ ਛੱਡਣੀ ਪੈਣੀ ਹੈ। ਔਰ ਇਹੀ ਗੱਲ ਕਾਰਨ ਆ, ਵੱਡਾ ਕਾਰਨ ਹੈ। ਕਿਤੇ ਨਾ ਕਿਤੇ ਜਦੋਂ ਅਸੀਂ ਐਨਾਲਾਈਜ਼ ਕਰਾਂਗੇ, ਸਾਨੂੰ ਪਤਾ ਲੱਗੂਗਾ ਇਹ ਵੱਡਾ ਕਾਰਨ ਹੈ ਕਿ ਇੰਨੇ ਮੁਜ਼ਾਹਰੇ ਹੋਣ ਤੋਂ ਬਾਅਦ, ਇੰਨੀ ਐਜੀਟੇਸ਼ਨ ਹੋਣ ਤੋਂ ਬਾਅਦ ਸਾਡੀ ਪ੍ਰਾਪਤੀ ਕਿਉਂ ਨਹੀਂ ਹੈਗੀ ਕੋਈ ਖਾਸ। ਸਰਬੱਤ ਖਾਲਸਾ ਹੁੰਦਾ ਆ, ਬਰਗਾੜੀ ਮੋਰਚਾ ਹੁੰਦਾ ਆ, ਦੂਜਾ ਸਰਬੱਤ ਖਾਲਸਾ ਹੁੰਦਾ ਆ, ਜਿਹੜਾ ਪਿਛਲੇ ਸਮੇਂ 'ਚ ਹੋਇਆ। ਉਸ ਤੋਂ ਬਾਅਦ ਕਿੰਨੇ ਮੋਰਚੇ ਲੱਗੇ ਨੇ। ਗੁਰਬਖਸ਼ ਸਿੰਘ ਵਾਲਾ ਮੋਰਚਾ ਸੀਗਾ, ਬਾਬੀ ਸੂਰਤ ਸਿੰਘ ਵਾਲਾ ਚੱਲ ਰਿਹਾ, ਉਹ ਹਜੇ ਤੱਕ ਚੱਲ ਰਿਹਾ ਆ। ਬੰਦੀ ਸਿੰਘਾਂ ਵਾਲਾ ਚੱਲ ਰਿਹਾ, ਬਟ ਉਸ ਤੋਂ ਬਾਅਦ ਵੀ ਸਾਡੀਆਂ ਏਡੀਆਂ ਵੱਡੀਆਂ ਪ੍ਰਾਪਤੀਆਂ ਜਾਂ ਉਹ 'ਚੋਂ ਅਸੀਂ ਕੁਝ ਕੱਢ ਕਿਉਂ ਨਹੀਂ ਸਕੇ? ਬੇਵਿਸ਼ਵਾਸੀ ਕਿਉਂ ਆ? ਉਹ ਇਸੇ ਕਰਕੇ ਆ ਕਿ ਅਸੀਂ, ਸਾਡੀ ਮੈਂ ਮੋਹਰੇ ਹੈ, ਮੁੱਦਾ ਬਹੁਤ ਪਿੱਛੇ ਹੈ। ਜੇ ਮੈਂ ਮੋਹਰੇ ਆ ਤਾਂ ਠੀਕ ਹੈ, ਜੇ ਮੈਂ ਮੋਹਰੇ ਨਹੀਂ ਹੈਗੀ ਤਾਂ ਮੁੱਦਾ, ਫਿਰ ਮੁੱਦੇ ਨੂੰ ਵੀ ਠੰਡੇ ਬਸਤੇ 'ਚ ਪਾ ਦਿੰਦੇ ਹਾਂ ਅਸੀਂ, ਫਿਰ ਗੱਲ बिल्कुल, ਹੀ ਨਹੀਂ बिल्कुल। ਕਰਦੇ, ਦੱਬ ਦਿੰਦੇ ਹਾਂ ਚੀਜ਼ ਨੂੰ। ਔਰ ਜਦੋਂ ਮੇਰੀ ਮੈਂ ਪੂਰੀ ਹੋ ਜਾਂਦੀ ਹੈ, ਤਾਂ ਫਿਰ ਅਸੀਂ ਮੁੱਦੇ ਨੂੰ ਡਿਸਟਰੈਕਟ ਵੀ ਕਰਦੇ ਨੇ, ਜੋ ਬਰਗਾੜੀ ਮੋਰਚੇ 'ਚ ਹੋਇਆ। ਜਦੋਂ ਮੈਂ ਸਰ ਗਈ, ਕੁਝ ਮਿਲ ਮੁਲ ਗਿਆ, ਤਾਂ ਬੰਦੇ ਆਪਣਾ ਛੱਡ ਕੇ ਪਾਸੇ ਹੋ ਗਏ। ਔਰ ਅੱਜ ਤੱਕ ਵੀ ਬੰਦੇ ਕਹਿ ਰਹੇ ਨੇ, ਔਰ ਸਟੇਜਾਂ ਤੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਬਈ ਸਰਬੱਤ ਖਾਲਸੇ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ, ਬੇਵਿਸ਼ਵਾਸੀ ਦੀ ਉੱਥੇ ਗੱਲਾਂ ਕੀਤੀਆਂ ਜਾ ਰਹੀਆਂ ਨੇ, ਬਰਗਾੜੀ ਮੋਰਚੇ ਦੀ ਕੀਤੀਆਂ ਜਾ ਰਹੀਆਂ ਨੇ। ਸਾਨੂੰ ਸਮਝਣਾ ਪੈਣਾ ਆ ਕਿ ਜਿਹੜੇ ਸਾਡੇ ਧਾਰਮਿਕ ਲੀਡਰ ਨੇ ਭਾਈ, ਯੂਥ ਦੀ ਭਰੋਸਾ ਟੁੱਟਦਾ ਜਾ ਰਿਹਾ, ਕਿੱਦਾਂ ਮੇਨਟੇਨ ਕਰਨਾ, ਤੁਹਾਨੂੰ ਨਾਲ ਖੜਨਾ ਪੈਣਾ ਆ। ਇਹੀ ਅਸੀਂ ਬੇਨਤੀ ਕਰਦੇ ਹਾਂ। ਜੋ ਤੁਸੀਂ ਪਹਿਲਾਂ ਕਿਹਾ ਸੀ ਕਿ ਸਾਰੇ ਇਕੱਠੇ ਆਵੋ ਤੇ ਆਪਣੀ ਤਾਕਤ ਵਧਾਵੋ। ਬਿਲਕੁਲ, ਬਿਲਕੁਲ। ਪੰਜਾਬੀਅਤ ਦੇ ਨਾਂ ਤੇ, ਪੰਜਾਬੀ ਦੇ ਨਾਂ ਤੇ ਪੱਤਰਕਾਰ ਵੀ ਲਿਖ ਰਹੇ ਆ, ਮੀਡੀਆ ਵੀ ਐਟ ਲੀਸਟ ਮਾੜਾ-ਮੋਟਾ ਜਿਹੜਾ ਆ ਪੰਜਾਬ ਦਾ, ਪ੍ਰਾਂਤ ਦਾ ਨਾਲ ਆ। ਆਪਾਂ ਤਾਂ ਕੱਲ੍ਹ ਇਹ ਵੀ ਕਹਿੰਦੇ ਸੀ ਵੀ ਜਿਨ੍ਹਾਂ ਤੇ ਕਦੀ ਯਕੀਨ ਨਹੀਂ ਸੀਗਾ ਕਾਂਗਰਸ ਦਾ ਵੀ, ਉਹਨਾਂ ਨੇ ਹੂੰ, ਵੀ ਭਾਵੇਂ ਵੋਟਾਂ ਦੀ ਡਿਫੈਂਸਿਵ ਲਈ ਵੀ ਆ, ਉਹਨਾਂ ਨੂੰ ਵੀ ਇਹ ਮਤਾ ਛੇਤੀ ਪਾ ਦੇਣਾ ਚਾਹੀਦਾ ਆ। ਫੇਰ ਰਿਪੀਟ ਕਰਦੇ ਆ। ਪਰ ਬਿਲਕੁਲ, ਦੇਖਣਾ ਕੀ ਆ, ਆਗਾਮੀ ਮੀਟਿੰਗ ਸੱਦ ਕੇ ਵਿਧਾਨ ਸਭਾ 'ਚ ਇਹਨਾਂ ਨੂੰ ਰਿਜੈਕਟ ਕਰੋ। ਉਧਰ ਥੋੜਾ-ਥੋੜਾ ਲੱਗ ਰਿਹਾ ਵੀ ਇਹ ਮੁੰਡਿਆਂ ਦੀ ਜਿਹੜੀ ਮੂਵਮੈਂਟ ਆ, ਇਹਦੇ ਵਿੱਚ ਪੂਰੀ ਇਸ ਵੇਲੇ ਜਾਨ ਆ। ਇਹਨਾਂ ਦੀਆਂ ਰਗਾਂ 'ਚ, ਪੰਜਾਬ ਦੀਆਂ 'ਚ ਖੂਨ ਬੋਲ ਰਿਹਾ। ਇਸ ਵੇਲੇ ਹੂੰ, ਇਹਨੂੰ ਸਾਥ ਦੇਣ ਦੀ ਲੋੜ ਆ। ਮਾੜੇ ਜਿਹੇ ਵੀ ਕੋਈ, ਹਰੇਕ ਕੱਲਾ-ਕੱਲਾ ਬੰਦਾ ਇਕੱਠਾ ਨਾਲ ਹੋਊਗਾ, ਇੱਕ ਦੂਜੇ ਦੀਆਂ ਪਿਛਲੀਆਂ ਗੱਲਾਂ ਨੂੰ ਛੱਡ ਕੇ, ਫੋਰਗੇਟ ਅਬਾਊਟ ਸਰਕਮਸਟੈਂਸਸ ਚੇਂਜ ਹੁੰਦੇ ਰਹਿੰਦੇ, ਪਰ ਐਟ ਲੀਸਟ ਤੁਸੀਂ ਹੁਣ ਤਾਂ ਇਕੱਠੇ ਹੋਵੋ। ਜਿਹੜੇ ਬਿਲਕੁਲ। ਵੀ, ਜਿੰਨੇ ਵੀ ਹੈ, ਤੁਸੀਂ ਅੰਦਰੋਂ ਚਾਹੇ ਸਿੱਧੇ-ਸਿੱਧੇ ਤੌਰ ਤੇ ਕੋਈ ਵੀ ਸਾਥ ਦੇ ਦੇਣਾ ਚਾਹੀਦਾ ਆ। ਇਹ ਨਾ ਵੀ ਪਾਰਟੀਆਂ ਦੇ ਝੰਡੇ ਲਾ ਕੇ ਆਪਣੇ-ਆਪਣੇ ਤੁਰੇ ਰਹੋ, ਫੇਰ ਵੀ ਉਹ ਵੀ ਸਾਰਾ ਡੀਮੋਰਲਾਈਜ਼ ਕਰਦਾ ਉਹਨੂੰ।
ਜਿੰਨੇ ਵੀ ਬਿਲਕੁਲ। ਮੂਵਮੈਂਟ ਚੱਲ ਰਹੀ ਆ। ਸੋ 4 ਤਰੀਕ ਨੂੰ ਭਾਜੀ ਦੀਪ ਸਿੱਧੂ ਹੁਣਾਂ ਨੇ ਜਿਹੜਾ ਮੁੰਡਾ ਅਗਵਾਈ ਕਰ ਰਿਹਾ ਕਾਫੀ, ਉਹਨਾਂ ਨੇ ਫੇਰ ਸ਼ੰਭੂ ਬਾਰ 'ਚ ਜਿਹੜਾ ਸ਼ੰਭੂ ਬਾਰਡਰ ਆ ਉੱਥੇ ਮੋਰਚਾ ਲਾਉਣ ਲਈ ਪੱਕੇ ਜਿਹੜੇ ਤੰਬੂ ਉਹਨਾਂ ਨੇ ਲਾ ਦਿੱਤੇ ਆ। ਅਸੀਂ ਉਹਨਾਂ ਨੂੰ ਇਹ ਹੂੰ, ਕਹਿੰਦੇ ਵੀ ਅਸੀਂ ਬਿਲਕੁਲ ਬਾਹਰੋਂ ਸਾਰੇ ਜਣੇ ਅਸੀਂ ਕੁਛ ਤਾਂ ਨਹੀਂ ਕਰ ਸਕਦੇ, ਅਸੀਂ ਨਾਅਰਾ ਮਾਰ ਸਕਦੇ ਹਾਂ ਦਾ ਨਾਅਰਾ, ਅਸੀਂ ਸਾਰੇ ਹੂੰ, ਨਾਲ ਆ। ਸਾਰਿਆਂ ਨੂੰ ਫੇਰ ਕਹਿੰਦੇ ਆ ਆਪਣਾ ਜਿੱਦਾਂ ਵੀ ਹੁੰਦਾ ਤਨੋ ਮਨੋ ਜਿੱਥੋਂ ਵੀ ਸਾਥ ਦੇ ਸਕਦੇ ਆ ਮੀਡੀਆ ਤੌਰ ਤੇ, ਜਿਹੜੇ ਕੋਈ ਬਾਹਰ ਵੀ ਬੈਠੇ ਆ, ਈਵਨ ਬਾਹਰਲੀਆਂ ਭਾਜੀ ਗੌਰਮੈਂਟਾਂ ਨੇ ਅਮਰੀਕਾ ਦੀ ਚ ਵੀ ਗੱਲ ਹੋਈ ਆ ਜੀ, ਅਸੈਂਬਲੀ ਤੇ ਉਹਦਾ ਆਪਣੇ ਗੌਰਮੈਂਟ ਨੇ ਕਿਹਾ ਤੇ ਕੈਨੇਡਾ ਦੀ ਨੇ ਵੀ ਕਿਹਾ। ਤੇ ਆਪਣੇ ਭਾਜੀ ਬੌਬ ਕੈਟਰ ਬਹੁਤ ਦੇਰ ਦਾ ਕਹਿੰਦਾ ਰਿਹਾ ਨਿਊਜ਼ੀਲੈਂਡ ਦਾ ਜਿਹੜਾ ਆਪਣਾ ਐਮਪੀ ਆ, ਹੂੰ, ਵੀ ਜਿਹੜੇ ਪੰਜਾਬੀ, ਇਹਨਾਂ ਦੀ ਮੈਂ ਸਿਫਤ ਦੀ ਗੱਲ ਕਰਦਾ, ਪੰਜਾਬੀਅਤ ਤੁਹਾਡੀ ਪੰਜਾਬੀਓ ਇੰਨੀ ਸਿਫਤ ਆ ਤੁਹਾਡੇ ਫਾਰਮਰਾਂ ਦੀ। ਉਹ ਕਹਿੰਦੇ ਵੀ ਜੇ ਅਸੀਂ ਤੁਹਾਡੇ ਲਈ ਸਪੈਸ਼ਲ ਵੀਜ਼ਾ ਇਹਨਾਂ ਲਈ ਹੋਰ ਖੋਲੋ, ਤੇ ਮਿਹਨਤੀ ਇਹਨਾਂ ਨੇ ਸਾਡੇ ਆ ਕੇ ਵੀ ਬਹੁਤ ਯੋਗਦਾਨ ਪਾਇਆ ਅਮਰੀਕਾ ਨੂੰ ਪ੍ਰਫੁੱਲਤ ਕਰਨ ਲਈ, ਕੈਨੇਡਾ ਨੂੰ ਪ੍ਰਫੁੱਲਤ ਕਰਨ ਲਈ। ਕਿਊਜ਼ਲੈਂਡ ਇੱਥੇ ਸਟੇਟ ਆ ਬਨਾਨੇ ਦੇ ਵਿੱਚ, ਬਨਾਨਾ ਸਟੇਟ ਦੇ ਵਿੱਚ, ਉਹਨੂੰ ਸਿੰਘ ਸਟੇਟ ਬੁਲਬੁਲਗੇ ਨੂੰ ਕਿਹਾ ਜਾਂਦਾ। ਫਿਰ ਆਪਣੇ ਰੌਸ ਕੈਮਰਨ ਭਾਜੀ ਹੁੰਦਾ ਸੀ ਇੱਥੇ ਐਮਪੀ ਪੈਰਾਮੀਟਰ ਦਾ ਖਾਸ ਸੀ, ਉਹ ਕੁਛ ਰੀਜਨ ਕਰਕੇ ਉਹ ਬਹੁਤ ਦੇਰ ਸਾਨੂੰ ਕਹਿੰਦਾ ਰਿਹਾ, ਮੇਰੀ ਪਰਸਨਲ ਨਾਲ ਗੱਲਾਂ ਹੁੰਦੀਆਂ ਰਹੀਆਂ ਵੀ ਜੇ ਅਸੀਂ ਪੰਜਾਬੀ ਆ ਜਿਹੜੇ ਫਾਰਮਰ ਆ ਬਹੁਤ ਵਧੀਆ, ਇਹਨਾਂ ਲਈ ਸਪੈਸ਼ਲ ਕੈਟੇਗਰੀ ਵੀਜ਼ਾ ਵੀ ਖੋਲ ਸਕਦੇ, ਤੁਸੀਂ ਕੀ ਕਰ ਸਕਦੇ ਆ। ਗੱਲਬਾਤ ਚੱਲਦੀ ਸੀ, ਕਿਸੇ ਕਾਰਨ ਕਰਕੇ ਉਹ ਅੱਗੇ ਨਹੀਂ ਆ ਸਕਿਆ, ਪਰ ਤੁਹਾਡੀ ਮਤਲਬ ਸਿਫਤਾਂ ਬਹੁਤ ਆ ਸਾਰੇ ਕਿਤੇ, ਸਾਰੇ ਫੌਜ ਦੇ ਵਿੱਚ ਵੀ। ਸੋ ਇਹ ਕਿਉਂ ਨਹੀਂ ਗਵਰਨਮੈਂਟ ਇੰਡੀਆ ਦੀ ਦੇਖਦੀ, ਫਿਰ ਕਿ ਸਾਡੇ ਬੰਦੇ ਉਧਰ ਚੱਲ ਜਾਂਦੇ। ਇੰਨੀ ਇਹਨਾਂ ਕੋਲ ਸਕਿੱਲ ਹੈ, ਇੰਨੇ ਹਾਰਡ ਵਰਕ ਰਿਹਾ, ਇਹਨਾਂ ਦੀ ਸੁਣੀ ਜਾਵੇ ਘੱਟੋ ਘੱਟ, ਇਹ ਬਾਹਰ ਨਾ ਜਾਣ। ਇਹ ਸਰਮਾਏ ਨੂੰ ਨੈਚੁਰਲ ਤੁਹਾਨੂੰ ਦਿੱਤਾ ਆ, ਜ਼ਮੀਨ ਵੀ ਨੈਚੁਰਲ ਆ, ਹੱਡ ਭੰਨ ਵੀ ਮਿਹਨਤ ਕਰਨ ਵਾਲੇ ਆ। ਇਹ ਪੰਜਾਬੀ ਤੇ ਇਹਨਾਂ ਦੀ ਆਵਾਜ਼ ਸੁਣੀ ਜਾਵੇ ਘੱਟੋ ਘੱਟ, ਤੇ ਇਹਨਾਂ ਨੂੰ ਆਪਣੇ ਧਰਤੀ ਨਾਲ ਜੋੜ ਕੇ ਰੱਖਿਆ ਜਾਵੇ, ਇਹ ਬਹੁਤ ਜ਼ਰੂਰੀ ਆ। ਬਿਲਕੁਲ ਜੀ। ਹਾਂਜੀ ਤੇ ਨਾਲ ਪਲੀਜ਼ ਸਰ। ਭਾਜੀ ਬਾਈਬਲ ਕਲਾਂ ਜਿਹੜਾ ਗੋਲੀकांड ਹੋਇਆ ਸੀਗਾ, ਉਹਦੇ ਵਿੱਚ ਸ਼ਾਮਲ ਜਿਹੜਾ ਐਸਪੀ ਸੀਗਾ ਬਿਕਰਮਜੀਤ ਸਿੰਘ, ਹਾਂਜੀ। ਉਹਦੇ ਮੁੜ ਬਹਾਲੀ ਦੇ ਜਿਹੜੇ ਹੁਕਮ ਆ ਉਹ ਜਾਰੀ ਹੋ ਵਾਹ ਚੁੱਕੇ ਨੇ। ਵਾਹ ਵਾਹ ਵਾਹ। ਇਹ ਦੇਖੋ ਜੀ, ਇਹ ਕੁਛ ਹੋ ਰਿਹਾ ਤਾਂ ਚਲੋ, ਨਿਆਂਪਾਲਕਾ। ਨਿਆਂਪਾਲਿਕਾ ਡੈਮੋਕ੍ਰੇਸੀ ਜ਼ਿੰਦਾਬਾਦ। ਹੁਣ ਉਹ ਵੀ ਕੀ ਤੇ ਕਰਦੇ ਉਹ ਭਾਜੀ। ਨਾਲ ਹੀ ਫਿਰ ਤੁਹਾਨੂੰ ਤੁਸੀਂ ਉਹ ਤੁਹਾਨੂੰ ਹੁਣੇ ਯਾਦ ਹੀ, ਤੇ ਕੱਲ ਵੀ ਜਿਹੜਾ ਦੂਜਾ ਸੀਗਾ ਮੇਨ ਇਹਨਾਂ ਦਾ ਮੇਨ ਬੌਸ ਜਿਹੜਾ ਆਰਡਰ ਦਿੰਦਾ ਸੀ ਗੋਲੀ ਚਲਾਉਣ ਲਈ, ਸਾਰਾ ਕੁਝ ਕਰਦੇ ਸੀ, ਉਹ ਕਹਿੰਦੇ ਸਿੱਕੀ ਮਾਰ ਕੇ ਕਹਿੰਦਾ ਮੈਂ ਬਿਮਾਰ ਆ, ਉਦਾਂ ਹੀ ਬਹਾਨਾ ਮਾਰ ਕੇ ਕਹਿੰਦੇ ਉਹ ਕੋਰਟ 'ਚ ਪੇਸ਼ ਹੀ ਨਹੀਂ ਹੋਇਆ ਜੀ ਉਹਨਾਂ ਦਾ। ਚਲੋ ਸਿੱਟ ਕੋਈ ਨਹੀਂ, ਮੂਹਰੇ, ਸਿੱਟ ਦੇ ਮੂਹਰੇ, ਉਹ ਸਿਕਿਉਰਿਟੀ ਵੀ ਸਭ ਕੁਝ ਹੈਗੀ ਚੱਲੀ ਆ। ਜਾਂਦਾ। ਹਾਂ, ਹੂੰ ਪੁਲਿਸ ਹੂੰ। ਫਿਰ ਚਲੋ ਕੋਈ ਗੱਲ ਨਹੀਂ, ਪੁਲਿਸ ਨੇ ਕਿਹੜਾ ਕੁਛ ਕਹਿਣਾ, ਪੁਲਿਸ ਲੱਭਦੀ ਰਹੂਗੀ। ਜਦੋਂ ਫਿਰ ਉਹਨਾਂ ਨੇ ਆਰਡਰ ਜਾਰੀ ਕੀਤੇ ਫਿਰ ਉਹਦਾ ਸਿੱਕੀ ਨਹੀਂ ਸੀ, ਲੱਭਦਾ ਨਹੀਂ। ਠੀਕ ਹੈ। ਤਾਂ ਵਾਹ ਉਹੀ ਏਦਾਂ ਕਹਿ ਕੇ ਇਹ ਛੱਡ, ਚੀਜ਼ਾਂ ਦਾ ਨਾ ਆਹ ਤੇ ਚਲੋ ਮੇਰੇ ਛੱਡੋ, ਏਦਾਂ ਕਹਿ ਦਿਆ ਕਰੋ, ਆ ਛੱਡੋ ਪਰੇ ਕੋਈ ਗੱਲ ਨਹੀਂ, ਏਦਾਂ ਹੁੰਦੀ ਰਹਿੰਦੀ ਹੈ। ਸਿਰ ਮੈਂ ਉਹ ਤੇ ਚਲੋ, ਉਹ ਤਾਂ ਛੱਡੋ ਪਰੇ, ਆਪਾਂ ਕਿਹੜਾ ਕੁਛ ਕਰ ਲੈਣਾ, ਆਪਾਂ ਕਿਹੜਾ ਉਹਨੂੰ ਜਾ ਕੇ ਨਹੀਂ ਫੜ ਤਾਂ ਇਹ ਲਿਆਉਣਾ। ਸਾਲ ਦੀਆਂ ਸਿੱਕੀਆਂ ਵੀ ਹੁੰਦੀਆਂ ਭਾਜੀ, 12 13 ਪਤਾ ਨਹੀਂ ਮਾਰ ਵੀ ਸਕਦੇ ਆ। ਅੱਛਾ, ਮਾਰ ਵੀ ਸਕਦੇ, ਰਿਟਾਇਰ ਹੋ ਗਿਆ ਆ। ਬਟ ਵੈਸੇ ਵੈਸੇ ਦੱਸਦਾ ਕਿ ਜਦੋਂ ਕਿਤੇ ਮੈਨੂੰ ਤਾਂ ਲੱਗਦਾ ਜੋ ਹਾਲਾਤ ਅਸੀਂ ਦੇਖ ਰਹੇ ਹਾਂ, ਜਿਸ ਹਿਸਾਬ ਦੇ ਨਾਲ ਕਾਨੂੰਨ ਚੱਲ ਰਿਹਾ, ਕਾਨੂੰਨ ਵਿਵਸਥਾ ਚੱਲ ਰਹੀ ਹੈ, ਸਰਕਾਰਾਂ ਚੱਲ ਰਹੀ ਹੈ, ਮੈਨੂੰ ਤਾਂ ਕਈ ਵਾਰ ਸ਼ੱਕ ਹੁੰਦਾ ਕਿ ਜਦੋਂ ਸਾਰੀਆਂ ਖਬਰਾਂ ਆ ਰਹੀਆਂ ਸੀ ਨਾ ਕਿ ਇਹਨੂੰ ਲੱਭ ਰਿਹਾ ਜੀ, ਪੁਲਿਸ ਛਾਪੇ ਮਾਰ ਰਹੀ ਹੈ ਵੱਖਰੀ ਵੱਖਰੀ ਸਟੇਟਾਂ 'ਚ, ਜ਼ੈਡ ਸਿਕਿਉਰਿਟੀ ਨੂੰ ਚੁਕਮਾ ਦੇ ਗਈ, ਤਾਂ ਜ਼ੈਡ ਸਿਕਿਉਰਿਟੀ ਉਹਦੇ ਘਰ ਦੇ ਬਾਹਰ ਲੱਗੀ ਹੋਈ ਸੀਗੀ, ਤਾਂ ਨੋਟਿਸ ਵੀ ਉਹਦੇ ਘਰ ਦੇ ਬਾਹਰ ਚਿਪਕਾਏ ਜਾ ਰਹੇ ਸੀਗੇ। ਤਾਂ ਮੈਨੂੰ ਕਿਤੇ ਕਿਤੇ ਲੱਗਦਾ ਕਿ ਬੈਠਾ ਤਾਂ ਘਰ 'ਚ ਹੀ ਹੋਣਾ ਭਾਜੀ, ਕਿਤੇ ਉਹ ਵੀ ਟੀਵੀ 'ਚ ਬਿਲਕੁਲ ਦੇਖ ਕੇ ਨਾ ਬਿਲਕੁਲ ਰਿਪੋਰਟਾਂ ਹੱਸ ਰਿਹਾ ਹੋਣਾ, ਆਹ ਦੇਖੋ ਜੀ, ਲੱਭ ਲਓ ਜੀ, ਲੱਭ ਲਓ, ਆਹ ਬੈਠਾ ਮਾਮਾ ਬਿਲਕੁਲ ਤੁਹਾਡਾ, ਬਿਲਕੁਲ ਬਿਲਕੁਲ ਹੈ ਬਿਲਕੁਲ ਨਾ, ਬਿਲਕੁਲ। ਵੀ ਕਿ ਵੀ ਬਸ ਦੇਖੋ ਆਪਣੇ ਲਿਵਿੰਗ ਰੂਮ 'ਚ ਦੇਖੋ ਆਪਣੇ ਬੈਡਰੂਮ ਉੱਤੇ ਰਿਟਾਇਰ ਬੈਠਾ। ਹੋ ਕੇ ਵੀ ਪੁਲਿਸ ਉਹ ਤੋਂ ਡਰ ਰਹੀ ਹੈ, ਬੰਦਾ ਰਿਟਾਇਰ ਆ, ਏਦਾਂ ਦਾ ਨਿਆਂ ਆ ਜੀ। ਸੋ ਦੈਟਸ ਵਾਈ ਵੀ ਕੈਨ ਟੈਲ ਯੂ ਦਾ ਆਲ ਦਾ ਵਰਲਡ ਲੈਵਲ ਦਾ ਮੀਡੀਆ, ਦੈਟਸ ਦੀ ਡਿਕਟੇਟਰਸ਼ਿਪ ਅੰਡਰ ਦੀ ਡੈਮੋਕ੍ਰੇਸੀ ਬੈਨਰ। ਸੋ ਇਹ ਕੁਛ ਬਿਲਕੁਲ। ਧੱਕਾ ਹੋ ਰਿਹਾ ਜੀ, ਸ਼ਰੇਆਮ ਧੱਕਾ। ਬਾਕੀ ਹਾਂਜੀ। ਹੂੰ। ਬਾਕੀ ਭਾਜੀ ਚਲੋ, ਹੁਣ ਅਗਰ ਕਰੋਨਾ ਤੇ ਕਰੀਏ ਆਪਾਂ ਅਖੀਰ 'ਚ, ਤੇ ਭਾਰਤ ਬਿਲਕੁਲ ਜੀ। ਵਿੱਚ ਵੀ ਭਾਜੀ ਕਰੀਬਨ 1300 ਆਪਣੇ ਸੌਰੀ ਪੰਜਾਬ 'ਚ 1300 ਤੋਂ ਵੱਧ ਮਾਮਲੇ ਆਏ ਆ। ਭਾਰਤ ਵਿੱਚ ਵੀ ਵੱਡੀ ਤਾਦਾਦ ਵਿੱਚ ਹਰ ਰੋਜ਼ ਕਰੀਬਨ 90,000 ਤੋਂ ਪਲੱਸ ਜਿਹੜੇ ਮਾਮਲੇ ਆ ਰਹੇ ਨੇ। ਬਟ ਸਰਕਾਰ ਨੇ ਕਿਹਾ ਜੀ ਕਿ 15 ਅਕਤੂਬਰ ਤੋਂ ਸਿਨੇਮਾ ਤੇ ਮਲਟੀਪਲੈਕਸ ਜਿਹੜੇ ਨੇ ਖੁੱਲ ਜਾਣਗੇ, ਤੇ ਸਕੂਲਾਂ ਦੀ ਰੱਬੇ ਜਿਹੜੀ ਰੱਖਾ। ਜ਼ਿੰਮੇਵਾਰੀ ਹੈ ਹੂੰ ਉਹ ਹੂੰ। ਸਕੂਲਾਂ ਦੀ ਜ਼ਿੰਮੇਵਾਰੀ ਉਹਨਾਂ ਨੇ ਸਟੇਟਸ ਤੇ ਰਾਜਾਂ ਤੇ ਛੱਡਤੀ ਆ। ਤਾਂ ਬਈ ਚਲੋ, ਹੁਣ ਇੰਟਰਟੇਨਮੈਂਟ ਵੀ ਜ਼ਰੂਰੀ ਹੈ ਭਾਜੀ। ਹੁਣ ਕਿੰਨਾ ਕੁ ਲੋਕ ਐਮਾਜ਼ੋਨ ਤੇ ਨੈਟਫਲਿਕਸ ਦੇਖਣਗੇ ਪ੍ਰਾਈਮ, ਤੇ ਹੂੰ। ਹੁਣ ਸਿਨੇਮਾ ਵੀ ਨਹੀਂ ਖੁੱਲਣਗੇ, ਤਾਂ ਸਾਰਾ ਕੁਝ ਚਾਹੀਦਾ ਜੀ। ਨਹੀਂ ਫਿਰ ਹੁਣ ਜਿਹੜੇ ਉਹ ਦੇਖਿਆ ਵੀ ਮੁੰਡੇ ਇੱਧਰ ਕਿਤੇ ਮੋਰਚਿਆਂ ਲਾਉਂਦੇ ਆ, ਕਿਤੇ ਉਹ ਚਾਹੁਣ ਵੀ ਇਹਨਾਂ ਨੂੰ ਕਿਤੇ ਉੱਧਰ ਖੋਲਦੇ entertainment, ਅੱਗੇ ਵੀ ਕਰਦੇ ਰਹੇ ਆ ਇਹ, ਤੇ ਜਦੋਂ ਹਾਂਜੀ ਮੁੰਡਿਆਂ ਹਾਂਜੀ ਦਾ ਏਦਾਂ ਹੁੰਦੇ ਰਹੇ ਆ, ਜੇ ਮੁੰਡਿਆਂ ਦੇ ਠੀਕ। ਭੋਗ ਹੁੰਦੇ ਸੀ, ਸ਼ਹੀਦਾਂ ਦੇ ਭੋਗ ਹੁੰਦੇ ਸੀਗੇ, ਤਾਂ ਨਾਲ ਇਹ ਗਾਉਣ ਵਾਲੇ ਕਾਂਗਰਸ ਨੇ ਸੱਦੇ ਹੁੰਦੇ ਸੀਗੇ entertainment ਲਈ। ਅਖਾੜੇ ਲਵਾ ਦਿੰਦੇ ਸੀ। ਹਾਂ, ਉਹ ਏਦਾਂ ਦਾ ਕੰਮ, ਇਹ ਤਾਂ ਬੜੇ ਮਾਹਿਰ ਹੈ ਏਦਾਂ ਬਿਲਕੁਲ ਦੇ ਕੰਮਾਂ ਨੂੰ ਸਾਰਿਆਂ ਨੂੰ ਜੀ। ਬਿਲਕੁਲ। ਤੇ ਤੇ ਦੂਜੀ ਕਿਉਂਕਿ ਆਪਾਂ ਹੁਣ ਹੁਣ ਕਰੋਨਾ ਗੱਲ ਚੱਲ ਕਰੀਏ। ਰਿਹਾ। ਹਾਂਜੀ ਹਾਂਜੀ,
ਹਾਂਜੀ ਬਿਲਕੁਲ, ਜੇ ਭਾਜੀ। ਗੱਲ ਕਰੀਏ ਵਿਕਟੋਰੀਆ ਦੀ ਭਾਜੀ, ਵਿਕਟੋਰੀਆ 'ਚ 15 ਕੇਸ ਨਵੇਂ ਆਏ ਨੇ। ਸਾਡੇ ਹਾਂਜੀ, ਸਿਡਨੀ 'ਚ ਮੈਨੂੰ ਲੱਗਦਾ 3 ਆਏ ਨੇ ਸ਼ਾਇਦ ਨਵੇਂ। 3 ਹਾਂਜੀ, ਹਾਂਜੀ 3 ਜੀ। ਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਅੱਗੇ ਕੀ ਬਣਦਾ, ਕਿਉਂਕਿ ਇੱਕ ਟਾਰਗੇਟ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਕਿ 5 ਦੀ ਜੇ ਐਵਰੇਜ ਜਾਂ 5 ਤੋਂ ਘੱਟ ਦੀ ਐਵਰੇਜ ਆਉਂਦੀ ਆ ਤਾਂ ਫਿਰ ਅਗਲੀ ਸਟੇਜ ਲਾਗੂ ਕੀਤੀ ਜਾਊਗੀ। ਮਗਰ ਉਹਦੇ ਹਿਸਾਬ ਦੇ ਨਾਲ ਥੋੜ੍ਹੇ ਜਿਹੇ ਕੇਸਿਸ ਦੀ ਗਿਣਤੀ ਵੱਧ ਆ। ਤੇ ਨਾਲ ਚਲੋ ਭਾਜੀ ਇੱਕ ਜਿਹੜੀ ਹੋਰ ਬੜੀ ਇਹ ਵੀ ਖਬਰ ਥੋੜੀ ਚਿੰਤਾ ਵਾਲੀ ਹੈ ਕਿ 800 ਸੌਰੀ ਟ੍ਰੇਸਿਸ ਨੇ ਨਾ ਜਿਹੜੇ ਆਪਣੇ ਕੀ ਕਹਿੰਦੇ ਆ ਵਾਇਰਸ ਜਿਹੜਾ ਆ, ਇਹਦੇ ਹਾਂਜੀ, ਕੁਝ ਟ੍ਰੇਸਿਸ ਜਿਹੜੇ ਨੇ ਉਹ ਸਾਡੇ ਇੱਥੇ ਗ੍ਰੇਟ ਓਸ਼ਨ ਰੋਡ ਦੇ ਕੋਲ ਪੈਂਦਾ ਜੀ ਇੱਕ ਡਰਾਈਵ ਹੈ, ਬੜੀ ਬਹੁਤ ਸੋਹਣਾ ਟੂਰਿਸਟ ਏਰੀਆ ਆ ਹਾਂਜੀ, ਉੱਥੇ। ਐਂਜਲਸੀਆ ਟਾਊਨ ਹੈਗਾ ਨਾ ਉੱਥੇ। ਠੀਕ ਹੈ, ਐਂਜਲ ਕੀ ਨਾ ਹੈ, ਐਂਜਲਸੀ ਟਾਊਨ ਆ ਤੇ ਕੋਸਟਲ ਏਰੀਆ ਆ ਸਾਰਾ, ਸਮੁੰਦਰ ਦੇ ਕੰਢੇ ਕੰਢੇ ਆ, ਉਹ ਸਾਰਾ ਟੂਰਿਸਟ ਏਰੀਆ ਹੈਗਾ। ਗ੍ਰੇਟੇਸ਼ਨ ਰੋਡ ਠੀਕ, ਨਾਲ ਸਾਡੇ ਦਰਸ਼ਕ ਜ਼ਿਆਦਾ ਸਮਝਣਗੇ। ਉੱਥੇ ਭਾਜੀ ਸੀਵਰੇਜ ਵਿੱਚ ਇਹਦੇ ਜਿਹੜੇ ਟ੍ਰੇਸਿਸ ਨੇ ਇਹਦੇ ਕੁਝ ਮਿਲੇ ਨੇ। ਵੈਸੇ ਅੱਛਾ, ਸਾਨੂੰ ਪਤਾ ਲੱਗਾ ਸੀ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਮਿਲੇ ਸੀਗੇ, ਬਟ ਚਲੋ ਖਬਰਾਂ 'ਚ ਸ਼ਾਇਦ ਦੁਬਾਰਾ ਫਿਰ ਮਿਲੇ ਹੋਣਗੇ। ਤਾਂ ਉਹ ਵੀ ਹੁਣ ਸਰਕਾਰ ਥੋੜੀ ਜਿਹੀ ਉਧਰ ਵੀ ਜਾਂਚ ਕਰ ਰਹੀ ਹੈ ਕਿ ਉਹ ਕਿੱਦਾਂ ਪਹੁੰਚੇ ਹੈ। ਤਾਂ ਉੱਥੇ ਵੀ ਹੁਣ ਕੁਝ ਸਪੈਸ਼ਲ ਟੈਸਟਿੰਗ ਜਿਹੜੀਆਂ ਨੇ ਉਸ ਇਲਾਕੇ 'ਚ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਤਾਂ ਸ਼ਾਇਦ ਇਹ ਹੋ ਸਕਦਾ ਕੋਈ ਟੂਰਿਸਟ ਆਇਆ ਹੋਵੇ, ਕਿਉਂਕਿ ਟੂਰਿਸਟ ਇਲਾਕਾ ਆ ਬੇਸਿਕਲੀ, ਉਹ ਕੋਈ ਗਿਆ ਹੋਵੇ ਉੱਥੇ, ਰਿਹਾ ਹੋਵੇ ਪਰ ਉਹ ਤਾਂ ਉੱਥੋਂ ਸੀਵਰੇਜ ਸੀਵਰੇਜ ਦੇ ਦੀ ਵਿੱਚ ਕਿੱਦਾਂ ਜਾਣ ਨਾਲ ਇਹਨਾਂ ਨੇ ਵੀ ਬੜਾ ਬੜਾ ਕਮਾਲ ਕਰਤੀ ਵੀ ਦੇਖੋ ਉੱਥੋਂ ਚੈੱਕ ਵੀ ਕੀਤਾ ਜੀ। ਹਾਂਜੀ ਭਾਜੀ, ਐਪਰੀਸ਼ੀਏਟ ਇਹ ਕਰ ਕਰਦੇ ਰਹੇ ਆਪਾਂ। ਨੇ ਕਿਉਂਕਿ ਹੂੰ, ਕੁਝ ਹੋਰ ਜਿਹੜੇ ਕੰਟਰੀਜ਼ ਨੇ ਉੱਥੇ ਵੀ ਇਹ ਸੀਵਰੇਜ 'ਚ ਮਿਲਿਆ ਸੀ ਯੂਰਪ ਦੇ ਵਿੱਚ। ਹੂੰ, ਤੇ ਇਹ ਆਲਰੇਡੀ ਆਸਟ੍ਰੇਲੀਆ ਵਿੱਚ ਵੀ ਕੁਝ ਮਹੀਨੇ ਪਹਿਲਾਂ ਵੀ ਸੀਵਰੇਜ ਜਾਂ ਹੋਰ ਜਗ੍ਹਾ ਦੇ ਉੱਤੇ ਜਿਹੜੇ ਟ੍ਰੇਸਿਸ ਨੇ ਉਹ ਮਿਲੇ ਸੀਗੇ। ਤੇ ਇਸ ਕਰਕੇ ਜਿਹੜੀ ਸਰਕਾਰ ਆ ਉਹ ਥੋੜੀ, ਮੈਨੂੰ ਲੱਗਦਾ ਇੱਧਰ ਵੀ ਟੈਸਟਿੰਗ ਕਰਦੀ ਆ ਵੱਖਰੇ ਵੱਖਰੇ ਤਰੀਕੇ ਦੇ ਨਾਲ। ਤਾਂ ਕੋਈ ਉਹਨਾਂ ਕੋਲ ਹੋਣਗੇ ਜੀ ਯੰਤਰ ਤੰਤਰ ਜਿਹਦੇ ਨਾਲ ਉਹ ਉੱਥੋਂ ਵੀ ਲੱਭ ਲੈਂਦੇ ਨੇ ਬਿਲਕੁਲ, ਟ੍ਰੇਸਿਸ। ਬਿਲਕੁਲ ਚੰਗੀ ਗੱਲ ਆ। ਹੂੰ, ਹਾਂਜੀ, ਤਾਂ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਕਿ ਵੀ ਉਹ ਹੁਣ ਗੱਲ ਕਿੱਧਰ ਨੂੰ ਜਾਂਦੀ ਹੈ। ਤਾਂ ਕਈ ਕੁੰਡੀਆਂ ਹੋਣਗੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਵੀ ਖੁੱਲਣਗੀਆਂ। ਤਾਂ ਠੀਕ। ਭਾਜੀ ਦੱਸੋ, ਹੁਕਮ ਕਰੋ, ਜੇ ਕੋਈ ਹੋਰ ਰਹਿ ਗਈ ਹੋਵੇ ਗੱਲਬਾਤ ਕਰਨ ਵਾਲੀ ਤਾਂ ਫਿਰ ਆਪਾਂ ਬਸ ਕਰੀਏ ਉਹ ਇਹ ਆ ਸਮਾਪਤੀ। ਵੀ ਭਾਜੀ ਇਕਨੋਮਿਕਲੀ ਵੀ ਪੰਜਾਬ ਦੇ ਵਿੱਚ ਜਿਹੜਾ ਹਾਲਤ ਖਰਾਬ ਹੁੰਦੀ ਆ। ਫਗਵਾੜੇ ਤੋਂ ਕੁਛ ਇੱਕ ਸਾਡੇ ਬਹੁਤ ਕਾਫ਼ੀ ਸੁਣਦੇ ਹੁੰਦੇ ਆ, ਫਗਵਾੜਾ, ਇੱਧਰ ਹੂੰ, ਨਵਾਂ ਸ਼ਹਿਰ, ਚੰਡੀਗੜ੍ਹ ਤੋਂ। ਉਹਨਾਂ ਨੇ ਵੀ ਦੱਸਿਆ ਸੀਗਾ ਵੀ ਇੱਕ ਦਿਨ ਦਿਹਾੜੇ ਹੀ ਉੱਥੇ ਆਪਣੇ ਸਿੰਘ ਇੱਕ ਭਾਜੀ ਉੱਥੇ ਮੋਬਾਈਲ ਸ਼ਾਪ ਆ ਬਹੁਤ ਤਕੜੀ। ਤੇ ਹੂੰ, ਉਹਨਾਂ ਦੇ ਉੱਤੇ ਕੱਲ ਦੀ ਨਿਊਜ਼ ਸੀ ਬਈ 2-3 ਬੰਦੇ ਆ ਕੇ ਸ਼ਰੇਆਮ ਗੋਲੀ ਦੇ ਪਿਸਤੌਲ ਦੀ ਨੋਕ ਦੇ ਉੱਤੇ ਉਹਨਾਂ ਤੋਂ 1.5-2 ਲੱਖ ਰੁਪਇਆ ਲੁੱਟ ਕੇ ਲੈ ਗਏ। ਤੇ ਮਤਲਬ ਇਹ ਵਾਹ! ਕੰਮਕਾਰ ਦਾ ਮੰਦਾ ਸਾਰਾ ਕੁਝ ਏਦਾਂ ਦਾ ਰੁਝਾਨ, ਕਹਿਣ ਦਾ ਭਾਵ ਆ ਵੀ ਹੋ ਰਿਹਾ ਆ ਉੱਥੇ ਕਿਤੇ ਵੀ। ਤੇ ਗਵਰਨਮੈਂਟ ਨਹੀਂ ਨੂੰ ਬਿਲਕੁਲ, ਕੋਈ ਇਹ ਨਹੀਂ ਹੈਗਾ ਵੀ ਕੰਮਾਂ ਵਾਲਿਆਂ ਨੂੰ ਜਾਂ ਹੋਰ ਕਿਸਿਆਂ ਨੂੰ ਜਾਂ ਉਧਰ ਚੁਕੰਨੇ ਰਹਿਣ ਦੀ ਗੱਲ, ਜਾਂ ਇਹਨਾਂ ਨੂੰ ਕੋਈ ਸਹੂਲਤਾਂ ਜਾਂ ਏਦਾਂ ਦਾ ਕੁਛ ਨਹੀਂ ਹੈਗਾ। ਤੇ ਤੁਸੀਂ ਕਹਿ ਰਹੇ ਵੀ ਉਹ ਸਿਨੇਮੇ ਖੋਲ ਦੇਣੇ, ਏਦਾਂ ਕਰ ਦੇਣਾ। ਰੇਟ ਉਧਰ ਵੱਧ ਰਿਹਾ ਆ ਜਿਹੜਾ ਉਹਨਾਂ ਦਾ ਇਨਫੈਕਸ਼ਨ ਦਾ ਆ। ਸੋ ਰੱਬ ਆਸਰੇ ਆ ਸਾਰਾ ਕੁਛ। ਤੇ ਏਦਾਂ ਦਾ ਬਿਲਕੁਲ। ਸਾਰੇ ਪਾਸੇ ਕੋਈ ਮਤਲਬ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਹੈ ਨਹੀਂ, ਜਿੱਧ ਨੂੰ ਵੀ ਚੱਲਿਆ ਜਾਂਦਾ ਸਾਰਾ ਕੁਛ ਮਾਹੌਲ ਰੱਬ ਆਸਰੇ ਹੀ ਚੱਲਿਆ ਜਾ ਰਿਹਾ। ਬਿਲਕੁਲ ਜੀ, ਹੁਣ ਇਹੀ ਹੈ ਜੀ, ਜਦੋਂ ਇਕੋਨਮੀ ਡਾਊਨ ਹੁੰਦੀ ਹੈ, ਲੋਕਾਂ ਦੇ ਕੋਲ ਨੌਕਰੀ ਨਹੀਂ ਹੁੰਦੀ, ਲੋਕਾਂ ਦੇ ਕੋਲ ਆਪਣੇ ਰੋਜ਼ਗਾਰੀ ਰੋਟੀ ਦੇ ਲਾਲੇ ਪਏ ਹੋਣ, ਤਾਂ ਫਿਰ ਕਈ ਵਾਰ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਵੱਧ ਜਾਂਦੀਆਂ ਨੇ। ਔਰ ਇਹ ਚੀਜ਼ ਜ਼ਿਆਦਾਤਰ ਇਹੀ ਕਿਹਾ ਜਾਂਦਾ ਜਦੋਂ ਕਹਿੰਦੇ ਨਾ ਵੀ ਜੋਬ ਰੇਟ ਜਿਹੜਾ ਆ, ਜਿਹਨੂੰ ਆਪਾਂ ਕਹਿੰਦੇ ਨੇ ਕਿ ਇੰਪਲੋਇਮੈਂਟ ਰੇਟ ਜਦੋਂ ਬਹੁਤ ਜ਼ਿਆਦਾ ਘਟ ਜਾਏ, ਲੋਕ ਬਿਲਕੁਲ ਜੀ, ਸਟਰਗਲ ਬਿਲਕੁਲ। ਕਰਨ, ਤਾਂ ਫਿਰ ਇੱਦਾਂ ਦੀਆਂ ਕਈ ਵਾਰ ਜਿਹੜੀਆਂ ਘਟਨਾਵਾਂ ਨੇ ਉਹ ਵੱਧ ਜਾਂਦੀਆਂ ਨੇ। ਤਾਂ ਲੋਕਾਂ ਦੀ ਮੈਂਟਲੀ ਹਾਲਾਤ ਵੀ ਜਿਹੜੀ ਉਹ ਵਿਗੜਦੀ ਆ ਤੇ ਜਿਹੜੀ ਹਮੇਸ਼ਾ ਕ੍ਰਾਈਮ ਰੇਟ ਜਿਹੜਾ ਆ ਉਹ ਇੱਦਾਂ ਦੇ ਮਾਹੌਲ ਵਿੱਚ ਵੱਧਦਾ ਹੁੰਦਾ ਆ। ਔਰ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਹਦੇ ਵਿੱਚ ਧਿਆਨ ਦੇਣ ਦੀ। ਬਟ ਦੇਖੋ, ਸਰਕਾਰਾਂ ਦਾ ਧਿਆਨ ਤਾਂ ਕਿਸੇ ਹੋਰ ਪਾਸੇ ਲੱਗਾ ਹੋਇਆ ਆ। ਉਹ ਤਾਂ ਕਹਿੰਦੇ ਆ ਜੀ, ਉਹ ਜਿੱਦਾਂ ਮੋਦੀ ਸਾਹਿਬ ਨੇ ਤਾਂ ਵੈਸੇ ਹੀ ਕਹਿ ਦਿੱਤਾ ਸੀ ਨਾ, ਨਾ ਕੋਈ ਆਇਆ ਹੈ, ਨਾ ਕੋਈ ਗਿਆ ਹੈ, ਨਾ ਕਿਸੇ ਨੇ ਕਬਜ਼ਾ ਕੀਤਾ ਹੈ। ਉਹ ਮੈਨੂੰ ਗੱਲ ਬਾਰ-ਬਾਰ ਯਾਦ ਆਉਂਦੀ ਹੈ ਕਿ ਬਾਬਰੀ ਮਸਜਿਦ 'ਚ ਵੀ ਇਹੀ ਬੈਠਦੀ, ਕਿ ਅਦਾਲਤ ਵੀ ਇਹੀ ਹੂੰ, ਕਹਿੰਦੀ, ਉਹਨੇ ਜਿੱਦਾਂ ਨਾ ਮੰਤਰ ਨਹੀਂ ਬਣਾ ਲਿਆ, ਉਹ ਤਾਂ ਕਹਿੰਦਾ ਜੀ ਇਹ ਤਾਂ ਆਏ ਬਿਲਕੁਲ। ਨਹੀਂ, ਇਹ ਤਾਂ ਗਏ ਨਹੀਂ, ਇਹਨਾਂ ਨੇ ਤਾਂ ਕੋਈ ਕਬਜ਼ਾ ਨਹੀਂ ਕੀਤਾ, ਇਹ ਤਾਂ ਸੀਗੇ ਨਹੀਂ, ਜਾਂ ਇਹ ਤਾਂ ਬਚਾ ਰਹੇ ਸੀ। ਇਹ ਮਤਲਬ ਬੜੀਆਂ ਪੁਰਾਣੀਆਂ ਸਟੇਟਮੈਂਟਾਂ ਨੇ, ਬੜੀਆਂ ਟ੍ਰੈਡੀਸ਼ਨਲ, ਕਿ ਕਚਹਿਰੀਆਂ 'ਚ ਕਹਿੰਦੇ ਵੀ ਬੰਦਾ ਜਦੋਂ ਕਿਤੇ ਮਰਡਰ ਹੋਵੇ ਨਾ, ਅਮੀਰ ਬੰਦੇ ਤੋਂ ਇਹੀ ਸਭ ਤੋਂ ਪਹਿਲਾਂ ਸਾਬਿਤ ਕਰਦੀ ਭਾਈ ਇਹ ਤਾਂ ਹਾਜ਼ਰ ਹੀ ਨਹੀਂ ਸੀਗਾ ਉੱਥੇ। ਤਾਂ ਇਹੀ ਕੁਛ ਹੋ ਰਿਹਾ ਜੀ ਅਸਲੀ ਜ਼ਿੰਦਗੀ 'ਚ। ਵੱਡੀ ਵੱਡੀ ਸਰਕਾਰਾਂ, ਵੱਡੀ ਵੱਡੀ ਏਜੰਸੀਆਂ ਕਰਦੀਆਂ ਪਈਆਂ ਨੇ। ਤਾਂ
ਅਸੀਂ ਉਹੀ ਇਹੀ ਕਵਾਂਗੇ ਜੀ ਜਿਹੜਾ ਕਿ ਦਿੱਲੀ ਦਾ ਜਿਹੜਾ ਜੈਨੋਸਾਈਡ ਹੋਇਆ ਉਹਨਾਂ ਦਾ ਵੀ ਇਹੀ ਨਿਆਂ ਦੇ ਵਿੱਚ ਇਹੀ ਸੀਗਾ ਵੀ ਨਹੀਂ ਕੁਝ ਪ੍ਰੂਫ ਮਿਲ ਰਿਹਾ ਕਿਸੇ ਤੋਂ ਵੀ, ਜੇ ਮਿਲਦੇ ਤਾਂ ਉਹ ਹੂੰ, ਮਿਟਾ ਦਿੰਦੇ ਆ, ਡਰਾ ਦਿੰਦੇ ਆ, ਉਹਨਾਂ ਨੂੰ ਐਵੀਡੈਂਸ ਨਹੀਂ ਹੁੰਦੇ। ਇਹ ਆ ਜੀ ਉੱਥੇ ਦਾ ਨਿਆਂਪਾਲਿਕਾ ਜਿਹੜੀ ਚੱਲਦੀ ਆ, ਤੇ ਕੁੜੀਆਂ ਨੂੰ ਸ਼ਰੇਆਮ ਜਿਹੜੇ ਆ ਨਿੱਕੀਆਂ ਨੂੰ ਵੇਚਣ ਦੀਆਂ ਗੱਲਾਂ ਤਾਂ ਹੁੰਦੀਆਂ ਹੀ ਸੀਗੀਆਂ, ਹੁਣ ਤਾਂ ਜਾਰੇ ਹੂੰ, ਜਾਨੋਂ ਹੀ ਮਾਰਨ ਦੀਆਂ ਗੱਲਾਂ ਹੋ ਰਹੀਆਂ ਬਲਾਤਕਾਰ ਕਰ ਕਰਕੇ। ਇੰਨਾ ਹੀ ਘੱਟਾ ਕੋਈ ਹੈ ਹੀ ਨਹੀਂ, ਕੋਈ ਸਜ਼ਾ ਵਾਲੀ ਗੱਲ ਤਕੜੀ ਜੀ ਕੋਈ ਹੋਵੇ ਨਾ, ਸਟੇਟ ਵਿੱਚ ਸਜ਼ਾ ਹੂੰ, ਹੋਵੇ ਫਿਰ ਤਾਂ ਹੈ। ਦੂਜਾ ਭਾਜੀ ਕੱਲ ਬਿਲਕੁਲ। ਨੂੰ ਸਾਡੇ ਨਿਊ ਸਾਊਥ ਵੇਲ ਦੇ ਵਿੱਚ ਲੌਂਗ ਵੀਕਐਂਡ ਸ਼ੁਰੂ ਹੋ ਰਿਹਾ ਜੀ ਸਿਡਨੀ ਵਾਸੀਆਂ ਲਈ, ਹੂੰ, ਤੇ 2 ਤੋਂ ਲੈ ਕੇ 5 ਤਰੀਕ ਤੱਕ ਜਿਹੜੀ ਗਵਰਨਮੈਂਟ ਆ ਉਹ ਚਾਹੁੰਦੀ ਹੁੰਦੀ ਆ ਵੀ ਰੋਡਾਂ ਤੇ ਲੋਕੀ ਬਾਹਰ ਨੂੰ ਜਾਂਦੇ ਲੌਂਗ ਡਰਾਈਵ ਤੇ, ਥੋੜਾ ਮੌਸਮ ਵੀ ਹੂੰ, ਠੀਕ ਆ, ਤੇ ਮੱਲੋ ਮੱਲੀ ਗੱਡੀ ਦੀ ਰੇਸ ਦੱਬ ਹੋ ਜਾਂਦੀ ਆ, ਤੇ ਇਸ ਕਰਕੇ ਉਹ ਡਬਲ ਡੀਮੈਰਿਟਸ ਪੁਆਇੰਟ ਆ ਜੀ। ਜਿਹੜੇ ਤੁਹਾਡੇ ਪੁਆਇੰਟ ਜੇ ਇੱਕ ਵਾਰੀ ਅੱਗੇ 3 ਪੁਆਇੰਟ ਜਾਂਦੇ ਆ ਤਾਂ ਹੁਣ 6 ਜਾਣਗੇ, ਤੇ ਉਹ ਸਪੀਡ ਦੇ ਹੂੰ, ਹਿਸਾਬ ਨਾਲ ਬਚ ਕੇ ਚਲਾਇਓ ਜੀ ਜਰਾ, ਰੇਸ ਦਾ ਪੈਰ ਬਸ ਧਿਆਨ ਜੀ। ਨਾਲ ਜੀ, ਸਾਰਿਆਂ ਨੂੰ ਸੇਫਟੀ ਜਾਂ ਬਚਾਓ ਵਿੱਚ ਹੀ ਬਚਾਓ ਹੈ, ਇਹ ਕਰਦੇ ਤਾਂ ਹੀ ਆ ਕਿ ਇਹਦੇ ਸੱਟ ਚੋਟ ਨਾ ਲੱਗੇ। ਟਿਕਟਾਂ ਮੈਂ ਪੰਜਾਬੀ ਭਾਜੀ ਦੀ ਗੱਲ ਉਹ ਨਹੀਂ ਦੱਸਦਾ ਜੀ। ਕਰਦੇ ਮਾਰ ਉਹ ਪੰਜਾਬ ਇੱਥੇ ਕੀ ਰੋਡਵੇਜ਼ ਦੀ ਲਿਖਿਆ ਹੁੰਦਾ ਨਾ ਭਾਜੀ, ਬਚਾਓ ਵਿੱਚ ਹੀ ਬਚਾਓ ਹੈ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਉਹੀ ਗੱਲਾਂ ਜੀ ਚੇਤੇ ਆਉਂਦੀਆਂ, ਇਹ ਜ਼ਰੂਰ ਚੇਤੇ ਰੱਖਿਓ। ਪਰ ਉਹ ਤਾਂ ਉੱਥੇ ਤਾਂ ਨੱਪਦੇ ਰਹਿੰਦੇ, ਪਰ ਇੱਥੇ ਤਾਂ 1 ਮਿੰਟ 'ਚ ਤੁਹਾਡੇ ਕੈਮਰੇ ਥਾਂ ਲੱਗੇ ਹੋਏ ਆ, ਥਾਂ ਲੱਗੇ। ਤੇ ਹਾਂ, ਜਿਹੜੇ ਕਿ ਇਹ ਮੋਬਾਈਲ ਬੇਦੌਲਤ ਕੈਮਰੇ ਵਰਦੀਆਂ ਨੇ, ਬਹੁਤ ਹੋ ਗਏ ਬਹੁਤ ਇਹਨਾਂ ਹੋ ਗਏ। ਦਿਨਾਂ ਦੇ ਵਿੱਚ, ਖਾਸ ਤੌਰ ਕੇ ਫਿਕਸ ਕੈਮਰੇ ਤੇ, ਕਿਉਂਕਿ ਜਿਹੜੇ ਲੋਕ ਨੇ ਨਾ ਉਹਨਾਂ ਨੂੰ ਪਤਾ ਹੁੰਦਾ ਕਿ ਹਾਂਜੀ, ਫਿਕਸ ਕੈਮਰੇ ਇੱਥੇ ਲੱਗੇ ਨੇ। ਇਹ ਭਾਜੀ ਫਿਰ ਫੜਦੇ ਨੇ ਉਹ ਮੋਬਾਈਲ ਕੈਮਰੇ 'ਚ ਲਾ ਕੇ, ਜਿਹੜੀਆਂ ਗੱਡੀਆਂ ਖੜੀਆਂ ਕਰ ਦਿੰਦੇ ਨਾ ਬਿਲਕੁਲ। ਕਾਰਨਰ ਦੇ ਉੱਤੇ, ਹਾਂਜੀ, ਉਹ ਹਾਂਜੀ, ਗੁਪਤ ਹਾਂਜੀ। ਜੇ ਲਾ ਕੇ ਵੀ ਉਹ ਪ੍ਰਾਈਵੇਟ ਗੱਡੀ ਜੀ ਤੁਹਾਨੂੰ ਲੱਗੂਗਾ ਕਿ ਵੈਸੇ ਹੀ ਪਾਰਕ ਖੜੀ ਹੈ ਹਾਂਜੀ, ਗੱਡੀ, ਹਾਂਜੀ। ਮਗਰ ਉਹ ਫਿਰ ਹੂੰ, ਜਦੋਂ ਆਉਂਦੀ ਆ ਵੀ ਫੋਟੋਆਂ ਨਹੀਂ ਖਿੱਚਦੀਆਂ ਹੁੰਦਾ। ਉਹਦੀਆਂ, ਔਰ ਇਹ ਆਹ, ਫੋਟੋ ਵੀ ਆਉਂਦੀ ਕਿ ਬੰਦਾ ਸਮਾਈਲ ਵੀ ਨਹੀਂ ਕਰਨ ਦਾ ਮੌਕਾ ਵੀ ਨਹੀਂ ਲੱਗਦਾ, ਔਰ ਤੇ ਜਦੋਂ ਅਨਮਾਰਕਡ ਵੀ ਹੁੰਦੀਆਂ ਕਾਰਾਂ, ਉਹ ਬਾਅਦ 'ਚ ਪਤਾ ਸਾਰੀਆਂ ਲੱਗਦਾ, ਮਗਰ ਅਨਮਾਰਕਡ, ਜਦੋਂ ਲਾਈ ਹੋਣ। ਹਾਂ, ਅਨਮਾਰਕਡ। ਨਹੀਂ ਇਹ ਸਾਰੀਆਂ ਅਨਮਾਰਕਡ ਹੁੰਦੀਆਂ ਨੇ, ਸਾਰੀਆਂ ਅਨਮਾਰਕਡ ਜੀ, ਅਨਮਾਰਕਡ ਹੁੰਦੀਆਂ ਨੇ, ਬਿਲਕੁਲ, ਬਿਲਕੁਲ, ਪ੍ਰਾਈਵੇਟ ਬਿਲਕੁਲ। ਪ੍ਰਾਈਵੇਟ ਗੱਡੀਆਂ ਸੋ ਕੰਟਰੈਕਟਰਸ ਜਰਾ ਹੁੰਦੇ ਨੇ। ਬਚ ਕੇ ਮੋੜ ਤੋਂ ਜੀ, ਇਸ ਕਰਕੇ ਬਿਲਕੁਲ ਆ, ਜੀ, ਤੇ ਉਧਰੋਂ ਬਾਰਡਰ ਵੀ ਖੁੱਲ ਗਿਆ ਨਿਊਜ਼ੀਲੈਂਡ ਦਾ ਥੋੜਾ ਜਿਹਾ ਇਹਨਾਂ ਦੇ ਨਾਲ, ਤੇ ਇਸ ਠੀਕ ਹੈ ਜੀ। ਕਰਕੇ ਚੰਗੀਆਂ ਸਟੇਟਾਂ ਲਈ। ਹਾਂਜੀ, ਹਾਂਜੀ। ਤੇ ਇਹ ਵੀ ਹੋ ਗਿਆ, ਤੇ ਸਾਰਿਆਂ ਨੇ ਜਾਣਾ ਤਾਂ ਹੈਗਾ ਹੀ ਆ ਛੁੱਟੀਆਂ ਤੇ ਪਹਿਲਾਂ ਹੀ ਤਿਆਰੀ ਹੂੰ, ਕਰ ਲੈਂਦੇ ਆ, ਤੇ ਬਚ ਕੇ ਜੀ ਸਾਰੇ ਭਰਾਵਾਂ ਨੂੰ ਬੇਨਤੀ, ਆਪਣੇ ਸੱਜਣਾਂ ਨੂੰ, ਦੇਖਣ ਵਾਲਿਆਂ ਨੂੰ, ਸਾਰਿਆਂ ਨੂੰ ਸ਼ੇਅਰ ਕਰ ਦਿਓ ਜੀ, ਡਬਲ ਇਮਰਸ ਪਾਉਣਾ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਜੀ, ਹਾਂਜੀ। ਬਿਲਕੁਲ। ਸਾਰੇ ਆਪਣਾ ਧਿਆਨ ਰੱਖੋ ਮੌਸਮ ਜੀ। ਬੜਾ ਵਧੀਆ ਹੋ ਰਿਹਾ ਜੀ, ਕੱਲ ਪਰਸੋਂ ਤੋਂ ਸਿਡਨੀ ਦਾ, ਤੇ ਰਹਿਣਾ 30 ਡਿਗਰੀ ਦੇ ਲਗਭਗ ਜੀ ਭਾਜੀ, 3 ਦਿਨ। ਉਹ ਤੋਂ ਬਾਅਦ ਫਿਰ ਮੀਂਹ ਆ, ਕਿਆ ਬਾਤ! ਵੀ ਠੰਡ ਸੀ, ਬਦਲੀ ਜਾਂਦਾ ਫਿਰ ਇੱਕਦਮ। ਗਰਮੀਆਂ ਹੋ ਗਈਆਂ, ਫਿਰ ਤੁਹਾਡੇ ਤਾਂ ਪੂਰੀਆਂ ਗਰਮੀਆਂ ਗਰਮੀਆਂ ਹੋ ਆ ਰਹੀਆਂ ਜੀ, ਗਈਆਂ। ਪੂਰੀਆਂ ਜੀ ਵੀਕਐਂਡ ਤੇ। ਹੂੰ, ਹੂੰ, ਤੇ ਬੀਚਾਂ ਤੇ ਪੂਰਾ ਰਸ਼ ਹੋਊਗਾ, ਤੇ ਉਹ ਧਿਆਨ ਰੱਖਿਓ। ਹੂੰ, ਪਹਿਲਾਂ ਹੀ ਕਹਿ ਦਿੱਤਾ ਸੀ ਪ੍ਰੀਮੀਅਰ ਨੇ ਵੀ ਇੱਥੇ ਦੀ ਨੇ, ਵੀ ਇੱਕ-ਇੱਕ ਹੂੰ। ਤੌਲੀਏ ਦਾ ਜਿਹੜਾ ਫਰਕ ਵਿਛਾ ਕੇ ਰੱਖਿਓ, ਦੂਰ ਰੱਖਿਓ ਇੱਕ-ਇੱਕ ਤੌਲੀਆ ਲੰਬੀ ਦਾਲ ਨੂੰ, ਜੇ ਉੱਥੇ ਧੁੱਪ ਵੀ ਸੇਕਣੀ ਆ ਤਾਂ। ਸਹੀ ਹੈ। ਤੇ ਸਵੇਰੇ ਸ਼ਾਮ ਜਾਣਾ ਠੀਕ ਉੱਥੇ, ਹੈ, ਬੈਡ ਤੇ ਨਹੀਂ ਜਾਣਾ। ਹਾਂਜੀ। ਠੀਕ ਹੈ ਜੀ, ਠੀਕ ਹੈ। ਦਿਨੇ ਨਹੀਂ ਜਾਣਾ? ਦਿਨੇ ਕਹਿੰਦੇ ਘੱਟ ਜਾਓ, ਵੀ ਇੰਨਾ ਹਾਂਜੀ ਰਸ਼ ਪੈਂਦਾ। ਪ੍ਰੈਫਰੈਂਸ ਕਹਿੰਦੇ ਦਿਓ ਵੀ ਰਸ਼ ਨਾ ਪਵੇ, ਜਿਹੜਾ ਡਿਸਟੈਂਸ ਤਾਂ ਹੂੰ, ਹੀ ਤੇ ਘੱਟ ਰਹੂਗਾ ਨਾ। ਸਵੇਰੇ ਠੀਕ ਹੈ ਸ਼ਾਮ ਜੀ, ਠੀਕ ਹੈ ਜੀ। ਜਾਂ ਜਾਂ ਸਵੇਰੇ ਮਤਲਬ ਸ਼ਾਮ। ਦੁਪਹਿਰ ਤੋਂ ਅੱਗੇ ਥੋੜਾ ਪਿੱਛੇ। ਹਾਂਜੀ, ਹਾਂਜੀ। ਚਲੋ ਤੌਲੀਆ ਵਿਛਾ ਲਿਓ, ਤੌਲੀਏ ਦਾ ਆਹ, ਡਿਫਰੈਂਸ ਰੱਖ ਲੈਣਾ, ਹਾਂਜੀ, ਇੰਨਾ ਨਾ ਹਾਂਜੀ, ਫਰਕ ਪਏ। ਹਾਂਜੀ, ਚਲੋ ਹਾਂਜੀ। ਠੀਕ ਹੈ ਜੀ, ਅੱਜ ਦੇ ਲਈ ਇੰਨਾ ਹੀ ਓਕੇ ਜੀ, ਪ੍ਰੋਗਰਾਮ ਵਿੱਚ। ਥੈਂਕ ਯੂ। ਧੰਨਵਾਦ ਜੀ ਸਾਰਿਆਂ ਦਾ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ, ਤੁਸੀਂ ਆਏ ਹੋ, ਮਿਹਰਬਾਨੀ ਸਾਰਿਆਂ ਟਾਈਮ ਦੀ ਕੱਢ ਹੈ। ਕੇ ਸ਼ੇਅਰ ਕੀਤਾ ਆ। ਤਾਂ ਬਾਕੀ ਸਾਡੇ ਨਾਲ ਜਿਹੜੇ ਦਰਸ਼ਕ ਜੁੜੇ ਨੇ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ। ਆਪਣਾ ਧਿਆਨ ਰੱਖੋ ਜੀ, ਜਿਹੜੇ ਵੀ ਮੁਲਕ 'ਚੋਂ, ਆਸਟ੍ਰੇਲੀਆ ਫਿਰ ਵੀ ਇਜ਼ ਗੈਟਿੰਗ ਬੈਟਰ ਇਨ ਦਿਸ, ਮਗਰ ਹੋਰ ਜਿਹੜੇ ਮੁਲਕ ਨੇ, ਭਾਵੇਂ ਯੂਰਪ ਹੈ, UK, ਕੈਨੇਡਾ, ਅਮਰੀਕਾ, ਉੱਥੇ ਸਾਰਿਆਂ ਥਾਂ ਤੇ, ਖਾਸ ਤੌਰ 'ਤੇ ਭਾਰਤ, ਪੰਜਾਬ, ਉੱਥੇ ਲਗਾਤਾਰ ਜਿਹੜੀ ਬਿਮਾਰੀ ਹੈ ਫਿਰ ਦੁਬਾਰਾ ਵੱਧਦੀ ਜਾ ਰਹੀ ਹੈ। ਤਾਂ ਜ਼ਰੂਰ ਆਪਣਾ ਧਿਆਨ ਰੱਖੋ, ਬਿਲਕੁਲ ਜੀ। ਤੇ ਬਹੁਤ ਲੋਕ ਜਿਹੜੇ ਨੇ ਇਹਦੀ ਚਪੇਟ 'ਚ ਆ ਰਹੇ ਨੇ। ਤਾਂ ਅਸੀਂ ਸਾਰਿਆਂ ਲਈ ਅਰਦਾਸ ਕਰਦੇ ਹਾਂ ਜੀ ਕਿ ਸਾਰਿਆਂ ਨੂੰ ਤੰਦਰੁਸਤੀ ਜਿਹੜੀ ਆ ਉਹ ਬਖਸ਼ਣ, ਬਿਲਕੁਲ। ਤੇ ਜਲਦ ਤੋਂ ਜਲਦ ਜਿਹੜਾ ਸਮਾਂ ਹੈ, ਅਕਤੂਬਰ ਦਾ ਮਹੀਨਾ ਚੜ੍ਹ ਗਿਆ ਜੀ, 10ਵਾਂ ਮਹੀਨਾ, ਤੇ ਕਦੋਂ ਇਹ 12ਵਾਂ ਮਹੀਨਾ ਆ ਜਾਣਾ, ਕਦੋਂ ਕ੍ਰਿਸਮਸ ਆ ਜਾਣੀ, ਪਤਾ ਨਹੀਂ ਲੱਗਣਾ, ਕਦੋਂ ਜਨਵਰੀ ਚੜ੍ਹ ਜਾਣੀ ਹੈ। ਬਸ ਹੁਣ ਤਾਂ ਮੈਂ ਕਹਿੰਦਾ ਕਿ ਗਿਣਤੀ ਦੇ ਦਿਨ ਰਹਿ ਜਾਂਦੇ ਨੇ। ਤਾਂ ਇਹੀ ਕਰਦੇ ਹਾਂ ਜੀ ਕਿ ਇਹ ਸਮਾਂ ਜਲਦ ਤੋਂ ਜਲਦ ਨਿਕਲੇ, ਤਾਂ ਸਾਰੇ ਜਣੇ ਨੇ ਉਹ ਦੁਬਾਰਾ ਇੱਕ ਦੂਜੇ ਨੂੰ ਮਿਲ ਇੱਥੋਂ ਸਕਣ। ਬਾਹਰ ਨਿਕਲੀਏ। ਹਾਂਜੀ। ਅੱਜ ਦੇ ਲਈ ਇੰਨਾ ਜੀ, ਫਿਰ ਮਿਲਦੇ ਹਾਂ ਜੀ ਕੱਲ੍ਹ ਦੇ ਪ੍ਰੋਗਰਾਮ ਵਿੱਚ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ ਜੀ ਸਾਰਿਆਂ ਨੂੰ।